एक ओंकार सतनाम करता पुरख निरभउ निर्वैर अकाल मूरत आजवानी सैभं गुर प्रसाद जप आद सच जुगाद सच है भी सच नानक होसी भी सच। श्री वाहिगुरु जी का खालसा श्री वाहिगुरु जी फतेह सारी संगत नूं। वाहिगुरू जी का खालसा वाहिगुरू जी की फतेह जी। सो अजे संगत थोड़ी आई है पर अज दा टॉपिक तो बड़ा इंपॉर्टेंट सी, बट एनी वे जेडे नहीं आए फिर बाद में देख लैणगे रिकॉर्डिंग। सो अज दा टॉपिक जिस तरह तुसीं सारिਆਂ ने देखिया है, अट्रैक्टिव है, इंटरेस्टिंग है, कंसर्नड है, इंपॉर्टेंट है, बुझारत है। वो बुझारत जिहड़ी कि सारी उम्र बुझते रहने आ, बुझी फिर भी नहीं जाती। भाई वीर सिंह ने एक थां ते लिखिया है, रब एक गुंझलदार बुझारत, रब एक गोरख तंदा, खोलण लग्या पेच इस दे काफर हो जा बंदा। सो माया जिहड़ी है ओनू समझण लग्या समझ नहीं आती, सोचण लग्या सोच नहीं आती, निकलन लग्या चो निकलिया नहीं जाता। कोई ओदा रूप नहीं, रंग नहीं, कुछ नहीं। ताकत ओदे च एनी है, स्ट्रोंग एनी है, सारी दुनिया नूं उहने भरमाया होया है। माया होई नांगनी जगतरे लिपटाए, सारी दुनिया नूं माया लिपटी हुई है पर पता ही नहीं लगता। सो ਅਸੀਂ ਦੇਖਨੇ ਆ ਕਿ ਯੂਜੂਅਲੀ ਜਦੋਂ ਅਸੀਂ ਮਾਇਆ ਸ਼ਬਦ ਵਰਤਨੇ ਆ ਤੇ ਅਸੀਂ ਉਹਨੂੰ ਕਾਹਦੇ ਨਾਲ ਅਟੈਚ ਕਰਨੇ ਆ, ਰੁਪਈਆ ਪੈਸਾ, ਕਿ ਇਹਦੇ ਕੋਲ ਬੜੇ ਪੈਸੇ, ਇਹਦੇ ਕੋਲ ਬੜੀ ਮਾਇਆ ਹੈਗੀ। ਅੱਜ ਗੁਰਦੁਆਰੇ ਬੜੇ ਪੈਸੇ ਆਏ ਨੇ, ਬੜੀ ਮਾਇਆ ਆਈ ਹੈਗੀ। ਤਾਂ ਯੂਜੂਅਲੀ ਅਸੀਂ ਇਹਨੂੰ ਰੁਪਏ ਪੈਸੇ ਦੀ ਸੈਂਸ ਵਿੱਚ ਹੀ ਵਰਤਨੇ ਆ। ਪਰ ਇਹ ਜਿਹੜਾ ਰੁਪਇਆ ਪੈਸਾ ਇਹ ਤੇ ਇਹਦੀ ਬੜੀ ਛੋਟੀ ਜਿਹੀ ਰੂਪ, ਛੋਟਾ ਜਿਹਾ ਰੂਪ ਹੈ, ਇਹ ਕੁਝ ਵੀ ਨਹੀਂ ਹੈ। रुपया पैसा तो सानू समझ भी आ जाता है, पर जी असल माया तो समझ आती नहीं। सो इनू क्या है कि यह मकड़ी का जाल है। जिस तरह मकड़ी जाला बुनती अपने दुआले बुनती जाती है, बुनती जाती है, इन्ना जाला हो जाता है कि वह विचकार होंगे और फिर निकल ही नहीं सकती, तो उस जाले के अंदर ही फिर मर जाती। सो माया तो इस तरह ही मकड़ी के जाले वांगू है, जिहड़ी कि दुआले दुआले इंसान अपने वलदा रहता उन्हें पता ही नहीं लगता। पर गुरबाणी जिहड़ी है वो सानू रियलिटी दसदी है कि असल विच असलीयत की है और साडी भुलना कित्थे हो रही। कहंदे दी रियल डेफिनेशन की है, माया इज दैट विच कवर्स आवर रियल नेचर and real nature of the world around us। जेड़ी के सानू ये नहीं समझन देंदी कि मेरी असलियत की है और जेड़ा संसार मेरे दुआले ओदी असलियत की है। तो ओदी असलियत जेड़ी है और गुरबाणी जेड़ी वो दसदी है, आप सच किया सब सच, आपे जाने अपनी मितगत। भाई जो वो आप सच्चा, जो कुछ उन्हें पैदा किया, जो उदों तो पैदा होया वो भी सच्चा ही होएगा। कबीर जी कहते ना, को कबीर हम राम की अंश, ते जे असी ओदे अंश हाँ ते जो वो वही असी हैं। जेड़ा बीज है दरखत दा, जे असी बीजांगे ते ओदे विचों जेड़ा दरखत उगेगा वही उगेगा जेड़ा बीज है।
ਸਾਡਾ ਬੀਜ ਕੀ ਹੈ? ਪਰਮਾਤਮਾ ਹੈ। ਆਪ ਸੱਚ, ਉਹ ਸੱਚ ਵੇ, ਔਰ ਉਹਨੇ ਜੋ ਪੈਦਾ ਕੀਤਾ ਉਹ ਵੀ ਸੱਚ ਹੈ। ਹੋਰ ਅੱਗੇ ਕਹਿੰਦੇ ਨੇ ਕਿ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਦਾ ਵਿਸ਼ਵਾਸ ਹੈ। ਇੱਕ ਨਾ ਹੁਕਮ ਸਮਾਏ ਲੇਕਿਨ ਮਾ ਹੁਕਮੇ ਕਰੇ ਵਿਨਾਸ਼। ਲੇਕਿਨ ਸੰਸਾਰ ਜਿਹੜਾ ਹੈ ਇਹ ਪਰਮਾਤਮਾ ਦਾ ਘਰ ਹੈ। ਇਸ ਘਰ ਦੇ ਵਿੱਚ ਪਰਮਾਤਮਾ ਰਹਿੰਦਾ। ਇਹ ਸੰਸਾਰ ਜਿਹੜਾ ਉਹਦਾ ਘਰ ਹੈ, ਇਸ ਸੰਸਾਰ ਵਿੱਚ ਉਹ ਰਹਿੰਦਾ। ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹਾਂ। ਇਸ ਸੰਸਾਰ ਵਿੱਚ ਰਹਿੰਦਿਆਂ ਵੀ ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਇਹ ਸਾਰਾ ਕੁਝ ਪੰਬਲ ਭੂਸੇ ਕੀ ਨੇ। ਕਿਉਂ? ਕਿ ਮਾਇਆ ਨੇ ਸਾਨੂੰ ਭੁਲਾਇਆ ਹੋਇਆ। ਇਹ ਸਭ ਕੁਝ ਮਾਇਆ ਨੇ ਭੁਲਾਇਆ ਹੋਇਆ। ਸੋ ਪਰਮਾਤਮਾ ਤੇ ਜ਼ਰੇ ਜ਼ਰੇ ਵਿੱਚ ਹੈ, ਸਭ ਕੁਝ ਵਿੱਚ ਹੈ। ਪਰ ਜੇ ਸਾਨੂੰ ਇਸ ਗੱਲ ਦੀ ਰਿਅਲਾਈਜ਼ੇਸ਼ਨ ਹੋ ਜਾਏ ਤੇ ਫਿਰ ਮਾਇਆ ਸਾਡਾ ਕੁਝ ਨਹੀਂ ਵਿਗਾੜ ਸਕਦੀ। ਪਰ ਕਿਉਂਕਿ ਮਾਇਆ ਦਾ ਪਰਦਾ ਜਿਹੜਾ ਹੈ ਉਹ ਇੰਨਾ ਗਹਿਰਾ ਹੈ, ਇੰਨਾ ਸਟਰੋਂਗ ਹੈ ਕਿ ਸਾਨੂੰ ਉਹਦੇ ਵਿੱਚੋਂ ਅਸਲੀਅਤ ਦਿਸਦੀ ਨਹੀਂ। ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣੀ ਆ ਜਿਹਦੇ ਨਾਲ ਨਾ ਮੈਂ ਬੜੀ ਕਲੈਰਿਟੀ ਹੋਏਗੀ। ਅਸੀਂ ਸ੍ਰੀਨਗਰ ਗਏ ਤੇ ਸ੍ਰੀਨਗਰ ਲੇਕ ਜਿਹੜੀ ਹੈ ਉਦੋਂ ਮੇਰੇ ਖਿਆਲ ਠੰਡ ਦਾ ਮੌਸਮ ਸੀ ਤੇ ਉਹਦੇ ਲੇਕ ਦੇ ਉੱਤੇ ਸਾਰੀ ਨਾ ਕੀ ਕਹਿੰਦੇ ਹੈਗੇ ਨੇ ਜਿਹੜੀ ਹੁੰਦੀ ਹੈ ਬਣੀ ਹੋਈ ਸੀ, ਆਪਣਾ ਇੱਕ ਤਹਿ ਬਣੀ ਹੋਈ ਸੀ ਉਹਦੀ, ਕੀ ਨਾ ਲੈਦਾ ਹੋਈ ਦੀ ਕਿ ਉਹਨੂੰ ਕਹਿੰਦੇ, ਅਸਲ ਮੈਨੂੰ ਵਰਡ ਹੁਣ ਆ ਨਹੀਂ ਯਾਦ। ਉਹਦੇ ਉੱਤੇ ਪੂਰੀ ਜਿਹੜੀ ਤਹਿ ਜਿਹੜੀ ਸੀ ਨਾ ਕਾਈ ਦੀ ਬਣੀ ਹੋਈ ਸੀ, ਕਾਈ ਦੀ ਬਣੀ ਹੋਈ ਸੀ। ਨੀਚਿਓਂ ਪਾਣੀ ਬਿਲਕੁਲ ਨਹੀਂ ਸੀ ਦਿਸ ਰਿਹਾ। ਤੇ ਰਿਐਲਿਟੀ ਹੈ, ਰਿਐਲਿਟੀ ਤੇ ਪਾਣੀ ਹੈ। ਲੇਕਿਨ ਕਿਉਂ ਨਹੀਂ ਪਾਣੀ ਦਿਸ ਰਿਹਾ? ਕਿ ਉਹਦੇ ਉੱਤੇ ਕਾਈ ਦੀ ਤਹਿ ਜੰਮੀ। ਬਿਲਕੁਲ ਇਸੇ ਤਰ੍ਹਾਂ ਹੀ ਕਿ ਜੋ ਕੁਝ ਵੀ ਹੈ ਉਹ ਤੇ ਉਹ ਹੈ, ਪਰ ਉਹਦੇ ਉੱਤੇ ਮਾਇਆ ਦੀ ਤਹਿ ਹੋਣ ਕਰਕੇ ਸਾਨੂੰ ਉਹ ਨਜ਼ਰ ਨਹੀਂ ਆਉਂਦਾ। ਇਹਦੀਆਂ ਮਤਲਬ ਐਕਚੁਅਲੀ ਇਹਨੂੰ ਅਸੀਂ ਅੱਛੀ ਤਰ੍ਹਾਂ ਸਮਝਣਾ ਕਿ ਕਿਉਂ ਨਹੀਂ ਨਜ਼ਰ ਆਉਂਦੀਆਂ, ਕੀ ਹੈ ਜਿੱਥੇ ਧੋਖਾ ਹੈ, ਔਰ ਧੋਖਾ ਕਿੰਨਾ ਜ਼ਿਆਦਾ ਹੈ। ਇਹਦੀ ਉਹਨਾਂ ਨੇ ਜਿਹੜੀ ਮਿਸਾਲ ਦਿੱਤੀ ਹੈ ਨਾ ਹਿਰਨ ਦੀ, ਉਹ ਬੜੀ ਕਲੀਅਰ ਹੈ। ਹਿਰਨ ਹੈ, ਜੰਗਲ ਵਿੱਚ ਰਹਿੰਦਾ, ਉਹਨੂੰ ਪਿਆਸ ਲੱਗਦੀ ਹੈ। ਪਿਆਸ ਲੱਗਦੀ ਉਹ ਲੱਗਦਾ ਦੂਰ ਰੇਗਿਸਤਾਨ ਹੈ, ਉੱਥੇ ਚਮਕਦੀ ਉਹਨੂੰ ਰੇਤ ਦਿਸਦੀ ਹੈ। ਰੇਤ ਹੈ ਤੇ ਉਹਨੂੰ ਲੱਗਦਾ ਪਾਣੀ। ਜਦੋਂ ਸੂਰਜ ਪੈਂਦਾ ਤੇ ਰੇਤ ਤੇ ਇਸ ਤਰ੍ਹਾਂ ਲੱਗਦਾ ਪਾਣੀ। ਉਹ ਦੌੜਿਆ ਜਾਂਦਾ ਰੇਤ ਵੱਲ ਕਿ ਇਹ ਪਾਣੀ ਹੈ ਤੇ ਮੈਂ ਆਪਣੀ ਪਿਆਸ ਬੁਝਾਵਾਂ। ਜਦੋਂ ਉੱਥੇ ਪਹੁੰਚਦਾ ਬੜਾ ਨਿਰਾਸ਼ ਹੁੰਦਾ ਹੈ, ਇਹ ਪਾਣੀ ਨਹੀਂ, ਇਹ ਤੇ ਰੇਤ ਹੈ। ਇਸੇ ਤਰ੍ਹਾਂ ਹੀ ਹਿਰਨ ਦੀ ਉਹ ਦੂਸਰੀ ਮਿਸਾਲ ਵੀ ਬੜੀ ਕਲੀਅਰ ਕਰਦੀ ਹੈ। ਕਸਤੂਰੀ ਕੁੰਡਲ ਬਸੇ। ਕਸਤੂਰੀ ਜਿਹੜੀ ਹੈ ਉਹ ਹਿਰਨ ਦੀ ਨਾਭੀ ਦੇ ਵਿੱਚ ਹੁੰਦੀ ਹੈ ਤੇ ਹਰ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ। ਕਸਤੂਰੀ ਦੀ ਖੁਸ਼ਬੂ ਬਹੁਤ ਤੇਜ਼ ਹੁੰਦੀ ਹੈ। ਉਹਨੂੰ ਜਦੋਂ ਤੇਜ਼ ਖੁਸ਼ਬੂ ਆਉਂਦੀ ਹੈ, ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਜਿਹੜੀ ਹੈ ਇਹ ਮੇਰੀ ਨਾਭੀ ਵਿੱਚੋਂ ਖੁਸ਼ਬੂ ਆ ਰਹੀ। ਉਹ ਸਾਰੇ ਜੰਗਲ ਵਿੱਚ ਦੌੜਦਾ ਉਸ ਖੁਸ਼ਬੂ ਨੂੰ ਪਾਉਣ ਵਾਸਤੇ। ਪਰ ਕਸਤੂਰੀ ਜਿਹੜੀ ਹੈ ਉਹ ਤੇ ਉਹਦੇ ਆਪਣੇ ਅੰਦਰ ਹੀ ਹੈ। ਇਹ ਕੀ ਹੈ? ਇਹ ਮਾਇਆ ਨੇ ਟੱਕਿਆ ਹੋਇਆ। that we are exactly the same। ਉਹ ਪਰਮਾਤਮਾ ਜਿਹੜਾ ਸਾਡੇ ਅੰਦਰ ਵਸ ਰਿਹਾ ਹੈ, ਜਿਹੜਾ ਹਰ ਚੀਜ਼ ਵਿੱਚ ਵਸ ਰਿਹਾ ਹੈ, ਜਿਹੜਾ ਸਾਨੂੰ ਸਾਹ ਦੇ ਰਿਹਾ ਹੈਗਾ, ਜਿਹੜਾ ਸਾਡੇ ਕੋਲ ਸਭ ਕੁਝ ਕਰਵਾ ਰਿਹਾ ਹੈਗਾ, ਉਹ ਸਾਨੂੰ ਨਜ਼ਰ ਨਹੀਂ ਆਉਂਦਾ। ਇੱਕ ਹੋਰ ਇਹਦੀ ਮਿਸਾਲ ਜਿਹੜੀ ਉਹ ਬੜੀ ਇੰਟਰਸਟਿੰਗ ਹੈਗੀ ਹੈ ਔਰ ਆਪਣਾ ਬੜੀ ਐਪਰੋਪ੍ਰੀਏਟ ਹੈ ਕਿ ਕੌਰਵ ਪਾਂਡਵ ਆਪਸ ਵਿੱਚ ਭਰਾ ਸੀ ਔਰ ਸ਼ੁਰੂ ਤੇ ਇਹਨਾਂ ਦੀ ਲੜਾਈ ਝਗੜਾ ਨਹੀਂ ਸੀ। ਜਦੋਂ ਕੌਰਵਾਂ ਨੇ ਪਾਂਡਵਾਂ ਨੇ ਮਹਿਲ ਬਣਾਇਆ ਤੇ ਬੜਾ ਸੁੰਦਰ ਮਹਿਲ ਬਣਾਇਆ। ਜਦੋਂ ਮਹਿਲ ਬਣਾਇਆ ਤੇ ਸਾਰਿਆਂ ਨੂੰ ਬੁਲਾਇਆ ਤੇ ਜਿਹੜੇ ਭਰਾ ਸੀ ਕੌਰਵ ਇਹਨਾਂ ਨੂੰ ਬੁਲਾਇਆ। ਉਹ ਮਹਿਲ ਜਿਹੜਾ ਸੀ ਉਹ ਬਿਲਕੁਲ ਮਾਇਆ ਦਾ ਘਰ ਸੀ।
ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਕਿ ਜਿੱਥੇ ਪਾਣੀ ਸੀ ਉੱਥੇ ਧਰਤੀ ਨਜ਼ਰ ਆਉਂਦੀ ਸੀ, ਜਿੱਥੇ ਧਰਤੀ ਸੀ ਉੱਥੇ ਪਾਣੀ ਸੀ, ਜਿੱਥੇ ਦੀਵਾਰ ਨਜ਼ਰ ਆਉਂਦੀ ਸੀ ਉਹ ਖਾਲੀ ਸੀ, ਔਰ ਜਿੱਥੇ ਖਾਲੀ ਨਜ਼ਰ ਆਉਂਦਾ ਸੀ ਉਹ ਦੀਵਾਰ ਸੀ। ਸੋ ਜਦੋਂ ਆਏ ਕੌਰਵ ਆਏ ਆਪਣਾ ਫੰਕਸ਼ਨ ਤੇ ਜਿਹੜਾ ਆਪਣਾ ਦੁਰਯੋਧਨ ਸੀ ਉਹਨੇ ਪੈਰ ਰੱਖਿਆ ਜਿੱਥੇ ਜ਼ਮੀਨ ਨਜ਼ਰ ਆ ਰਹੀ ਸੀ ਤੇ ਉਹ ਪਾਣੀ ਸੀ, ਉਹ ਪਾਣੀ ਦੇ ਵਿੱਚ ਗਿਰ ਗਿਆ। द्रौपदी ऊपर देख रही सी ते ਉਹਨੇ ਇੱਕ ਕਮੈਂਟ ਦਿੱਤਾ, ਕਿਉਂਕਿ ਤੁਹਾਨੂੰ ਪਤਾ ਨਾ ਧ੍ਰਿਤਰਾਸ਼ਟਰ ਜਿਹੜਾ ਇਹਦਾ ਪਿਓ ਸੀ ਦੁਰਯੋਧਨ ਦਾ, ਅੰਨਾ ਸੀ, ਤੇ ਉਹਨੇ ਕਿਹਾ ਕਿ ਅੰਨੇ ਦਾ ਅੰਨਾ ਹੀ ਰਿਹਾ। ਸੋ ਇਸ ਗੱਲੋਂ ਦੁਰਯੋਧਨ ਨੂੰ ਬੜਾ ਗੁੱਸਾ ਚੜਿਆ। ਫਿਰ ਉਹਨੇ ਬਦਲਾ ਲੈਣ ਵਾਸਤੇ ਇੱਕ ਐਸਾ ਖੇਲ ਰਚਿਆ ਕਿ ਪਾਂਡਵਾਂ ਨਾਲ ਜੂਆ ਖੇਡਿਆ, ਜੂਏ ਵਿੱਚੋਂ ਸਭ ਕੁਝ ਹਾਰ ਗਿਆ, ਅਖੀਰ ਉਹ द्रौपदी ਨੂੰ ਵੀ ਹਾਰ ਗਿਆ। ਹੁਣ द्रौपदी ਉਹਨਾਂ ਦੇ ਕਬਜ਼ੇ ਵਿੱਚ ਸੀ, ਉਹ ਦੁਰਯੋਧਨ ਨੇ ਬਦਲਾ ਲੈਣਾ ਸੀ। ਉਹਨੇ ਫਿਰ ਭਰੀ ਸਭਾ ਦੇ ਵਿੱਚ ਉਹਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਨਾ ਗੁਰਬਾਣੀ ਜਾਂਦਾ ਨਾ, ਪੰਚਾਲੀ ਕੋ ਰਾਜ ਸਭਾ ਮੇਂ ਰਾਮ ਨਾਮ ਸੁਧਿਆ। तो वो फिर वो ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸਾੜੀ ਉਤਾਰ ਦੇਗਾ ਤੇ ਉਹਦੇ ਨੀਚੇ ਹੋਇਆ ਕੱਪੜਾ ਆਂਦਾ ਗਿਆ। ਉਹਦੇ ਚ ਮੈਂ ਅੱਗੇ ਨਹੀਂ ਜਾਂਦੀ, ਅੱਗੇ ਕਹਾਣੀ ਫਿਰ ਲੰਬੀ ਹੈ, ਪਰ ਮੇਰਾ ਕਹਿਣ ਦਾ ਇੱਥੇ ਮਤਲਬ ਹੈ ਕਿ ਮਾਇਆ ਜਿਹੜੀ ਹੈ ਉਹ ਕਿੰਨੀ ਸਟਰੋਂਗ ਹੈ, ਕਿੰਨਾ ਉਹਦਾ ਅਸਰ ਹੈ, ਕਿਸ ਤਰ੍ਹਾਂ ਬੰਦੇ ਨੂੰ ਫਰਮਾਉਂਦੀ ਹੈ, ਕਿਸ ਤਰ੍ਹਾਂ ਗਲਤ ਰਸਤੇ ਪਾਉਂਦੀ ਹੈ। ਸੋ ਅਸੀਂ ਦੇਖਨੇ ਆ ਕਿ ਮਾਇਆ ਦੇ ਵਿੱਚੋਂ ਕੌਣ ਨਿਕਲ ਸਕਦਾ ਹੈ, ਜਿਹੜਾ ਕਿ ਉਹਦੇ ਗਿਆਨ ਵਿੱਚ ਚਲਾ ਜਾਂਦਾ, ਜਿਹਨੂੰ ਕਿ ਅਸਲੀਅਤ ਦਾ ਪਤਾ ਲੱਗ ਜਾਂਦਾ। ਗਿਆਨ ਕੀ ਹੈ? ਗਿਆਨ में असलियत ਦਾ ਨੌਲੇਜ, ਜਿਹੜਾ ਅਸਲੀਅਤ ਵਿੱਚ ਚਲਾ ਜਾਂਦਾ ਹੈ ਕਿ ਕੀ ਹੈ ਇਹ ਸਭ ਕੁਝ, ਉਹ ਮਾਇਆ ਦੇ ਵਿੱਚੋਂ ਨਿਕਲ ਜਾਂਦਾ। ਇਹਦੇ ਵਿੱਚੋਂ ਸਿਰਫ ਜਿਹੜਾ ਉਹਦੇ ਨਾਲ ਇੰਨਾ ਜੁੜ ਜਾਂਦਾ ਹੈ, ਉਹਦੇ ਵਿੱਚ ਬ੍ਰਹਮ ਗਿਆਨੀ ਦੀ ਮਿਸਾਲ ਉਹਨਾਂ ਨੇ ਦਿੱਤੀ ਹੈ। ब्रह्म ज्ञानी सदा निर्लेप जैसे जल में कमल अलेप। इस अवस्था विच आके फिर जिहड़ा असीं अक्सर ही कोट कर रहे हां, तैसा हरख तैसा सोग सदा आनंद ते नहीं वियोग तैसा स्वर्ण, तो सारी मतलब जिहड़ी तुक हैगी है कि वो जिहड़ा है वो इन्हां सारियां चीज़ां तो उत्ते उठ जांदा है। क्योंकि जदों असीं खोज करने हां किसी चीज़ दी, और साडा परपस सिर्फ इक्को ही हुंदा है कि असीं वो खोज जिहड़ी पूरी करनी है, और असीं खोज विच अपनी पूरी शक्ति अपनी पूरी बुद्धि लगा देने आ ते फिर खोज पूरी हो जाती। सो ओहदे विच जो जिन्ने असलियत नूं पाया है उहनूं ब्रह्म ज्ञानी कहा गया है कि वो जिहड़ा उस दुनिया दे लपेट विच, दुनिया दी जिहड़ी माया है ओहदे विच वो नहीं फसदा। सो माया नूं उन्हां ने अगे दस्या है, जैसी माया अगन में, जैसी माया उधर में तैसी बाहर माया, करते खेल रचाया परवार भला पाया, लिव छुट्टी लगी तृष्णा माया मोहदा। सो ਇਹਦੇ ਚ ਅਸੀਂ ਇੱਥੇ ਜ਼ਿਆਦਾ ਖੋਲਾਂਗੇ ਨਹੀਂ, ਅੱਗੇ ਜਾ ਕੇ ਖੋਲਾਂਗੇ, ਪਰ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਬਈ ਮਾਇਆ ਜਿਹੜੀ ਹੈ ਉਹਦਾ ਇਹ ਰੂਪ ਉਹਨਾਂ ਨੇ ਦਿੱਤਾ ਹੈ, ਕੰਪੈਰੀਜ਼ਨ ਕੀਤਾ ਹੈ ਕਿ ਜਦੋਂ ਬੱਚਾ ਜਿਹੜਾ ਹੈ ਉਹ ਮਾਂ ਦੇ ਪੇਟ ਵਿੱਚ ਹੁੰਦਾ ਹੈ, ਇਹ ਸਾਰਾ ਜਿਹੜਾ ਖੇਲ ਹੈ ਪਰਮਾਤਮਾ ਨੇ ਆਪ ਹੀ ਰਚਾਇਆ ਹੋਇਆ, ਤੇ ਤ੍ਰਿਸ਼ਨਾ ਵੀ ਜਿਹੜੀ ਉਹਨੇ ਆਪ ਹੀ ਲਗਾਈ ਹੋਈ। ਅੱਗੇ ਅਸੀਂ ਫਿਰ ਇਹਦੀ ਵਿਆਖਿਆ ਕਰਾਂਗੇ। ਹੁਣ ਉਹ ਕਹਿੰਦੇ ਨੇ ਮਾਇਆ ਕੀ ਕਰ ਰਹੀ ਹੈ? ਇਹ ਮਾਇਆ ਜਿਤ ਹਰ ਵਿਸਰੇ ਦੂਜੇ ਮੋਹ ਲਗਾਇਆ। ਮਾਇਆ ਕੀ ਕੰਮ ਕਰਦੀ ਹੈ ਕਿ ਪਰਮਾਤਮਾ ਨੂੰ ਵਿਸਾਰ ਦਿੰਦੀ ਹੈ ਤੇ ਦੁਨੀਆ ਵੱਲ ਜਿਹੜੀ ਹੈ ਉਹਦੇ ਸਾਡਾ ਸਾਰਾ ਇੰਟਰਸਟ ਪੈਦਾ ਕਰ ਦਿੰਦੀ। ਖਸਮ ਛੋੜ ਦੂਜੇ ਲਗੇ ਡੁੱਬੇ ਸੇ ਵੰਜਾਏ। ਸੋ ਹੁਣ ਮਾਇਆ ਵਿੱਚ ਚਲੇ ਗਏ, ਪਰਮਾਤਮਾ ਵੱਲੋਂ ਜਿਹੜੇ ਨਿਰਾਸ਼ ਹੋ ਗਏ ਤੇ ਕੀ ਗਏ ਫਿਰ ਡੁੱਬੇ ਸੇ ਵੰਜਾਏ। ਮਤਲਬ ਇਹੋ ਜਿਹੇ ਲੋਕੀ ਜਿਹੜੇ ਦੁਨੀਆ ਵਿੱਚ ਆ ਕੇ ਜੋ ਕਮਾਉਣ ਵਾਸਤੇ ਆਏ ਸੀ ਉਹ ਨਹੀਂ ਕਮਾਇਆ,
ਉਹ ਦੂਸਰੇ ਪਾਸੇ ਮਾਇਆ ਨੇ ਉਹਨਾਂ ਨੂੰ ਇੰਨਾ ਭਰਮਾਇਆ, ਉਹਨਾਂ ਨੂੰ ਭੁੱਲ ਹੀ ਗਿਆ ਕਿ ਅਸੀਂ ਕੀ ਕਰਨਾ ਹੈ। ਸੋ ਗੁਰੂ ਨਾਨਕ ਦੇਵ ਜੀ ਨੇ ਤੇ ਬੜੀ ਮਿਹਨਤ ਕੀਤੀ ਸੰਸਾਰ ਨੂੰ ਅੱਛੇ ਰਸਤੇ ਪਾਉਣ ਵਾਸਤੇ, ਕਿਉਂਕਿ ਉਸ ਵੇਲੇ ਜੋ ਕੁਛ ਵੀ ਸੀ ਬੜੀ ਜ਼ਿਆਦਾ ਮਤਲਬ ਅਗਿਆਨਤਾ ਸੀ, ਦੁਨੀਆ ਬਹੁਤ ਸਾਰੇ ਭਰਮਾਂ ਵਿੱਚ ਪਈ ਹੋਈ ਸੀ, ਔਰ ਭੋਲੇ ਭਾਲੇ ਲੋਕਾਂ ਨੂੰ ਜਿਹੜੇ ਆਪਣਾ ਪੰਡਤ ਸੀ ਥੋੜਾ ਬਹੁਤ ਜਾਣਨ ਵਾਲੇ ਉਹਨਾਂ ਨੇ ਪਿੱਛੇ ਲਗਾਇਆ ਹੋਇਆ ਸੀ। ਸੋ ਇਸ ਕਰਕੇ ਉਹਨਾਂ ਨੇ ਤੇ ਮਨ ਦੇ ਵਿੱਚ ਉਹਨਾਂ ਦੁਨੀਆ ਦੇ ਵਾਸਤੇ ਇੰਨਾ ਪਿਆਰ ਸੀ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ, ਔਰ ਉਹਨਾਂ ਨੇ ਸਾਨੂੰ ਗੁਰਬਾਣੀ ਦੀ ਰਾਹੀਂ ਉਹ ਰਸਤਾ ਦੱਸਿਆ ਜਿਹੜਾ ਕਿ ਮੋਡਰੇਸ਼ਨ ਦਾ ਰਸਤਾ ਸੀ। ਕਿ ਨਾ ਤੇ ਘਰ ਬਾਰ ਸਾਡਾ ਤੇ ਰਸਤਾ ਹੀ ਗ੍ਰਸਤ ਦਾ ਜਿਹੜਾ ਹੈਗਾ, ਗੁਰੂ ਨਾਨਕ ਦੇਵ ਜੀ ਰਸਤਾ ਹੀ ਗ੍ਰਸਤ ਦਾ ਦੱਸਿਆ, ਕਿਉਂਕਿ ਗ੍ਰਸਤ ਤੋਂ ਬਿਨਾਂ ਸੰਸਾਰ ਤੇ ਚੱਲ ਨਹੀਂ ਸਕਦਾ, ਸੰਸਾਰ ਹੈ ਹੀ ਗ੍ਰਸਤ। ਸੋ ਉਹਨਾਂ ਨੇ ਕਿਹਾ ਕਿ ਵੀ ਜੇਕਰ ਤੁਸੀਂ ਘਰ ਬਾਰ ਛੱਡ ਕੇ ਸੰਨਿਆਸੀ ਬਣ ਜਾਓਗੇ, ਸਾਰੇ ਸੰਨਿਆਸੀ ਬਣ ਜਾਣ, ਤੇ ਤੁਸੀਂ ਤੇ ਸੰਨਿਆਸੀ ਬਣ ਕੇ ਘਰਾਂ ਤੋਂ ਮੰਗਦੇ ਆਪਣਾ, ਤੇ ਜੇ ਤੁਸੀਂ ਸਾਰੇ ਸੰਨਿਆਸੀ ਬਣ ਜਾਣ ਤੇ ਤੁਹਾਨੂੰ ਖਾਣਾ ਕੌਣ ਦੇਗਾ। ਦੂਸਰਾ ਇਹ ਕਿ ਜੇ ਸੰਸਾਰ ਵਿੱਚ ਤੁਸੀਂ ਸੰਨਿਆਸੀ ਸਾਰੇ ਬਣ ਜਾਓ ਤਾਂ ਅੱਗੋਂ ਉਤਪਤੀ ਕਿਵੇਂ ਹੋਏਗੀ। ਇਹਦੇ ਵਿੱਚ ਥੋੜੀ ਜਿਹੀ ਮੈਂ ਰੈਫਰੈਂਸ ਤੁਹਾਨੂੰ ਦਿੰਨੀ ਆ ਕਿ ਕਹਿੰਦੇ ਨੇ ਕਿ ਜਦੋਂ ਸ਼ੁਰੂ ਵਿੱਚ ਕ੍ਰੀਏਸ਼ਨ ਹੋਈ ਤੇ ਬ੍ਰਹਮਾ ਨੂੰ ਕਿਹਾ ਗਿਆ ਤੂੰ ਕ੍ਰੀਏਸ਼ਨ ਕਰ, ਤਾਂ ਬ੍ਰਹਮਾ ਨੇ ਕ੍ਰੀਏਸ਼ਨ ਕੀਤੀ। ਤੇ ਉਹ ਕ੍ਰੀਏਸ਼ਨ ਜਿਹੜੀ ਸੀ ਉਹ ਮਤਲਬ ਮੂੰਹ ਨਾਲ ਹੀ ਬੋਲ ਕੇ ਹੋ ਜਾਂਦੀ ਸੀ ਕਿ ਉਹ ਸਿਫਤ ਨਾਲ। ਸੋ ਜਿਹੜੇ ਉਹਦੇ ਬੱਚੇ ਪੈਦਾ ਹੋਏ ਉਹਨਾਂ ਵਿੱਚੋਂ ਕਿਸੇ ਨੇ ਵੀ ਗ੍ਰਸਤ ਨੇ ਵਸਾਇਆ, ਉਹ ਸਾਰੇ ਹੀ ਜਿਹੜੇ ਸੀ ਉਹ ਪਰਮਾਤਮਾ ਦੇ ਨਾਂ ਲੈਣ ਵਾਸਤੇ ਚਲੇ ਗਏ। ਹੁਣ ਬ੍ਰਹਮਾ ਨੂੰ ਇਹ ਹੁਕਮ ਹੋਇਆ ਕਿ ਤੂੰ ਬੰਦੇ ਦੇ ਵਿੱਚ ਇੱਛਾ ਪੈਦਾ ਕਰ, ਉਹ ਜਿਹੜੀ ਵਾਸਨਾ ਪੈਦਾ ਕਰ ਤਾਂ ਕਿ ਉਹ ਗ੍ਰਸਤ ਵਸਾ ਸਕੇ। ਸੋ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਰਸਤਾ ਸੀ ਉਹ ਸਾਨੂੰ ਗ੍ਰਸਤ ਦਾ ਦੱਸਿਆ। ਗ੍ਰਸਤ ਦੇ ਰਸਤੇ 'ਚ ਮੋਡਰੇਸ਼ਨ ਕਰਨੀ ਹੈ, ਨਾ ਤੇ ਦੁਨੀਆ ਦੇ ਵਿੱਚ ਐਨੇ ਰੁੱਝ ਜਾਣਾ ਹੈ ਕਿ ਦੁਨੀਆ ਨੂੰ ਸਭ ਕੁਝ ਸਮਝ ਕੇ ਜਿਹੜਾ ਤੁਹਾਡਾ ਪਰਪਸ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਤੇਰੇ ਵਰੀਆ, ਉਹ ਤੋਂ ਭੁੱਲ ਨਹੀਂ ਜਾਣਾ। ਗ੍ਰਸਤ ਵਿੱਚ ਰਹਿੰਦਿਆਂ ਇਹ ਯਾਦ ਰੱਖਣਾ ਹੈ, ਔਰ ਗ੍ਰਸਤ ਨੂੰ ਇਸ ਤਰ੍ਹਾਂ ਚਲਾਉਣਾ ਹੈ ਕਿ ਹਰ ਚੀਜ਼ ਵਿੱਚ ਤੇਰਾ ਧਰਮ ਹੈ। ਇੱਕ ਫੀਲਿੰਗ ਗ੍ਰਸਤ ਰੱਬ ਦਾ ਨਾਂ, ਇਹ ਨਹੀਂ ਕਿ ਰੱਬ ਦਾ ਨਾਂ ਹਰ ਵਕਤ ਤੂੰ ਸਿਮਰਨ ਹੀ ਕਰਦੇ ਰਹਿਣਾ, ਪਾਠ ਕਰਦੇ ਰਹਿਣਾ, ਲੇਕਿਨ ਤੂੰ ਇੱਕ ਅੱਛੀ ਤਰ੍ਹਾਂ ਸਮਝਣਾ ਕਿ ਐਜ਼ ਏ ਗ੍ਰਸਤੀ ਤੇਰੀ ਡਿਊਟੀ, ਤੇਰਾ ਧਰਮ ਕਿਸ ਤਰ੍ਹਾਂ ਐਜ਼ ਏ ਫਾਦਰ, ਐਜ਼ ਏ ਮਦਰ, ਐਜ਼ ਸਿਸਟਰ ਬ੍ਰਦਰ, ਐਜ਼ ਇੰਪਲਾਈ, ਐਵਰੀਵੇਅਰ ਤੂੰ ਇੱਕ ਆਤਮਿਕ ਢੰਗ ਦੇ ਨਾਲ ਇਹ ਸਾਰੀਆਂ ਡਿਊਟੀਆਂ ਕਰਨੀਆਂ। ਸੋ ਗ੍ਰਸਤ ਵਿੱਚ ਰਹਿੰਦਿਆਂ ਵੀ ਤੈਨੂੰ ਇਹ ਨਹੀਂ ਭੁੱਲਣਾ ਕਿ ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਜਿਹੜਾ ਹੈ ਉਹਨੂੰ ਮੈਂ ਨਹੀਂ ਭੁੱਲਣਾ, ਇਹ ਤੇਰੀ ਡਿਊਟੀ ਹੈ। ਸੋ ਰਸਤਾ ਉਹਨਾਂ ਨੇ ਸਾਨੂੰ ਤੇ ਜਿਹੜਾ ਦੱਸਿਆ ਬੜਾ ਆਸਾਨ ਵੀ ਸੀ, ਸੌਖਾ ਸੀ, ਬੜਾ ਸਿੱਧਾ ਸੀ, ਪਰ ਫਿਰ ਵੀ ਕਿਉਂਕਿ ਮਾਇਆ ਜਿਹੜੀ ਹੈ ਬਹੁਤ ਡਾਢੀ ਹੈ, ਇਹਨੂੰ ਸਮਝਿਆ ਹੀ ਨਹੀਂ ਜਾ ਸਕਦਾ। ਸੋ ਇਹਦੇ ਵਿੱਚ ਫਿਰ ਅੱਗੋਂ ਉਹ ਮਿਸਾਲ ਬੜੀ ਅੱਛੀ ਦਿੰਦੇ ਨੇ, ਬੱਚੇ ਦੇ ਜਨਮ ਤੋਂ ਲੈ ਕੇ ਇਨਸਾਨ ਦੇ ਐਂਡ ਤੱਕ ਕਿ ਕਿਸ ਤਰ੍ਹਾਂ ਜਿਹੜੀ ਮਾਇਆ ਉਹਦੇ ਤੇ ਕੰਮ ਕਰਦੀ ਹੈ, ਕਿਉਂਕਿ ਸਾਰਾ ਹੀ ਜੀਵਨ ਉਹਦੇ ਵਿੱਚ ਹੀ ਆ ਜਾਂਦਾ। ਜਨਮ ਤੋਂ ਲੈ ਕੇ ਮਰਨ ਤੱਕ ਮਾਇਆ, ਬੰਦਾ ਜਿਹੜਾ ਕਿਸ ਤਰ੍ਹਾਂ ਮਾਇਆ ਦੇ ਵਿੱਚ ਰਹਿੰਦਾ। ਪਹਿਲਾਂ ਤੇ ਇਹ ਕਿ ਕਿਸ ਤਰ੍ਹਾਂ ਪੈਦਾ ਹੋਇਆ, ਰਕਤ ਬਿੰਦ ਕਰ ਜੰਮਿਆ, ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਵਿਕਲ ਨਰਕ ਕੋਰ ਗਵਾਰ, ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਚਾਰ। ਕਿ ਜਦੋਂ ਤੂੰ ਮਾਂ ਦੇ ਪੇਟ ਵਿੱਚ ਸੀ ਉਲਟਾ ਲਟਕਿਆ ਹੋਇਆ ਸੀ, ਤੇਰਾ ਸਿਰ ਨੀਚੇ ਸੀ ਤੇ ਤੇਰੀਆਂ ਲੱਤਾਂ ਉੱਪਰ ਸੀ, ਤੂੰ ਮਾਂ ਦੇ ਨਾਲ ਜਿਹੜਾ ਸੀ ਉਹ ਜੁੜਿਆ ਹੋਇਆ ਸੀ, ਔਰ ਤੇਰਾ ਅਗਨ ਵਾਲੇ ਪੇਟ ਵਿੱਚ ਤੇਰਾ ਵਾਸਾ ਸੀ, ਮਾਂ ਦੇ ਨਾਲ ਤੂੰ ਉਹਦੇ ਨਾਲ ਜੁੜਿਆ ਹੋਇਆ ਸੀ। ਤੇ ਉਦੋਂ ਤੂੰ ਜਦੋਂ ਦੁੱਖ ਵਿੱਚ ਸੀ ਤੂੰ ਹੋਰ ਕੁਝ ਨਹੀਂ ਸੀ ਯਾਦ ਕਰਦਾ, ਤੈਨੂੰ ਕੁਝ ਯਾਦ ਨਹੀਂ ਸੀ, ਤੈਨੂੰ ਉਸ ਵੇਲੇ ਸਿਰ ਰੱਬ ਦਾ ਨਾਂ ਯਾਦ ਸੀ, ਪਰ ਉਸ ਵੇਲੇ ਤੂੰ ਅਰਦਾਸਾਂ ਕਰ ਰਿਹਾ ਸੀ ਕਿ ਮੈਨੂੰ ਇਹਦੇ ਤੋਂ ਕੱਢ ਲੈ ਔਰ ਫਿਰ ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ। ਪਰ ਫਿਰ ਕੀ ਹੋਇਆ, ਅੱਗੇ ਫਿਰ
ਗੁਰਬਾਣੀ ਜਿਹੜੀ ਉਹ ਸਾਰੀ ਵਿਆਖਿਆ ਕਰਦੀ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਦੀ ਸੁਧ। ਜਨਮ ਹੁੰਦਿਆਂ ਸਾਰ ਉਹਨੂੰ ਜਿਹੜਾ ਭੁੱਖ ਲੱਗੀ ਤੇ ਮਾਂ ਦੇ ਦੁੱਧ ਦੇ ਨਾਲ ਜਿਹੜਾ ਉਹਨੇ ਜਦੋਂ ਲਿਆ ਤੇ ਉਹਨੂੰ ਮਾਂ ਦੇ ਨਾਲ ਪਿਆਰ ਹੋ ਗਿਆ। ਦੁੱਧ ਨਾਲ ਪਿਆਰ ਹੋਇਆ, ਮਾਂ ਨਾਲ ਪਿਆਰ। ਜਿਉਂ ਹੀ ਜਿਹੜਾ ਵੱਡਾ ਹੋਇਆ ਫਿਰ ਮਾਂ ਬਾਪ ਪਤਾ ਚੱਲਾ ਦੋਨਾਂ ਦਾ ਕਿ ਇਹ ਮੇਰੇ ਮਾਂ ਬਾਪ ਹੈ। ਥੋੜਾ ਜਿਹਾ ਹੋਰ ਵੱਡਾ ਹੋਇਆ ਤੇ ਫਿਰ ਪਤਾ ਲੱਗਾ ਕਿ ਇਹ ਮੇਰਾ ਭਰਾ ਹੈ, ਇਹ ਮੇਰੀ ਭਾਬੀ ਹੈ, ਇਹ ਮੇਰੀ ਭੈਣ ਹੈ। ਸੋ ਉਹਨਾਂ ਰਿਸ਼ਤਿਆਂ ਦਾ ਪਤਾ ਲੱਗਾ। ਚੌਥੇ ਪਿਆਰੂ ਪੰਨੀ ਖੇਡ। ਹੁਣ ਜਿਹੜਾ ਹੈ ਹੁਣ ਦੋਸਤਾਂ ਨਾਲ ਸਹੇਲੀਆਂ ਨਾਲ ਮਤਲਬ ਖੇਡਣਾ, ਖੁਸ਼ ਰਹਿਣਾ। ਇਸ ਵਕਤ ਤੇ ਕੋਈ ਮਤਲਬ ਪਰਮਾਤਮਾ ਦੀ ਯਾਦ ਹੀ ਨਹੀਂ ਨਾ, ਸਭ ਕੁਝ ਭੁੱਲਿਆ ਹੀ ਹੋਇਆ। ਕਿਉਂਕਿ ਇਹ ਤਾਂ ਯੂਜੂਅਲੀ ਹੈ ਕਿ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਤਾਂ ਕੁਝ ਪਤਾ ਨਹੀਂ ਹੁੰਦਾ। ਤਾਂ ਇਹ ਫਿਰ ਉਹਨਾਂ ਨੇ ਕਿਹਾ ਕਿ ਕੁਝ ਪਤਾ ਜਿਹੜਾ ਹੈ, ਇੱਕ ਸਾਰਾ ਵਕਤ ਕੁਝ ਪਤਾ ਨਹੀਂ ਹੁੰਦਾ, ਪਰ ਇਹ ਜਿਹੜੀ ਹੈ ਨਾ ਸਿਸਟਮ ਇਹ ਚੱਲਦਾ ਹੈ। ਪੰਜਵੇਂ ਖਾਣ ਪੀਣ ਕੀ ਤਾਤ। ਜਿਉਂ ਹੀ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਨਾ ਫਿਰ ਉਹਨੂੰ ਸ਼ੌਕ ਹੁੰਦਾ। ਉੱਥੇ ਖਾਣ ਪੀਣ ਦਾ ਤਾਤ ਸਿਰਫ ਇਹ ਹੀ ਨਹੀਂ ਕਿ ਖਾਣਾ ਪੀਣਾ, ਉਹਦੇ ਵਿੱਚ ਇਹ ਕਿ ਰਹਿਣਾ, ਸੱਜਣਾ, ਬਾਹਰ ਜਾਣਾ, ਅੱਛੀਆਂ ਚੀਜ਼ਾਂ ਆਪਣੇ ਆਪ ਨੂੰ ਮਤਲਬ ਸੋਹਣਾ ਬਣਾਉਣਾ, ਦੇਖਣਾ ਕਿ ਵੀ ਮੈਂ ਸਾਰਾ ਕੁਝ ਜਿਹੜਾ ਨਾ ਬੋਡੀ ਤੇ ਸਰੀਰ ਤੇ ਟਿਕਿਆ ਹੋਇਆ ਕਿ ਸਰੀਰ ਮੇਰਾ ਜਿਹੜਾ ਉਹ ਕਿਸ ਤਰ੍ਹਾਂ ਲੱਗਦਾ ਹੈ। तो ये जेड़ा है ये सारी मतलब कह रहे हैं कि सारी माया है। पंजवें काम ना पूछे जात। हुण ज्यों ज्यों वड्डा होया अंदर जेड़ा वो काम वासना जेड़ी जागृत हुई। हुण काम वासना जदों जागृत हुई तो फिर एक साथी की लोड़ पई। साथी की लोड़ पई फिर विआह कीता। विआह कीता सतवें सांझ किया करवास। हुण 7th स्टेज ते आके घर वसाया, गृहस्थ वसाया, बच्चे पैदा किए, सब कुछ। सब तो ज्यादा जेड़ा मायक पीरियड है ना ये है सब तो ज्यादा, जिहदे विच सब तो ज्यादा गलतियां, सब तो ज्यादा पाप हुंदे। क्यों? हुण ओहदे विच ये कि मैं कमाना शुरू कीता है ना। एक बड़ी अच्छी एग्जाम्पल दे रहे थे कि जदों बच्चा 3-4 भैन भरा होंदे ना, जेड़ा बच्चा उन्हां विचों मतलब जरा स्ट्रॉन्ग डाढ़ा होवे ना तो दूसरे कोल चीज खो के ते खा लैंदा। ਉਹਨੂੰ ਵੱਡੇ ਹੋਏ ਕੌਨਫੀਡੈਂਸ ਹੋ ਜਾਂਦਾ ਹੈ ਕਿ ਇਹ ਜਿਹੜੀ ਸਟਰੈਂਥ ਤੇ ਬੜਾ ਕੰਮ ਕਰਦੀ ਹੈਗੀ। ਜਿਉਂ ਹੀ ਵੱਡਾ ਹੁੰਦਾ ਉਹ ਇਨਸਟਿੰਕਟ ਉਹਦੇ ਵਿੱਚ ਰਹਿੰਦਾ ਹੈ, ਪਰ ਫਿਰ ਉਹ ਬਾਹਰ ਵੀ ਜਦੋਂ ਕੰਮ ਕਰਦਾ ਹੈ, ਕਮਾਉਂਦਾ ਹੈ ਸਭ ਕੁਝ, ਤਾਂ ਉਹ ਇਨਸਟਿੰਕਟ ਰਹਿੰਦਾ। ਦੂਸਰਾ ਤ੍ਰਿਸ਼ਨਾ ਵੀ ਜਿਹੜੀ ਬੜੀ ਜ਼ਿਆਦਾ ਹੁੰਦੀ ਹੈ ਕਿ ਹੁਣ ਮੈਂ ਸਕਸੈਸਫੁਲ ਹੋਵਾਂ, ਹੁਣ ਮੈਂ ਵੱਡਾ ਹੋਵਾਂ, ਹੁਣ ਮੈਂ ਜ਼ਿਆਦਾ ਪੈਸਾ ਕਮਾਵਾਂ। ਬੱਚਿਆਂ ਦਾ ਮੋਹ ਬੜਾ ਹੈ, ਬੱਚਿਆਂ ਨੂੰ ਮਤਲਬ ਜ਼ਿਆਦਾ ਤੋਂ ਜ਼ਿਆਦਾ ਮੈਂ ਸੁੱਖ ਦਿਆਂ। ਹੁਣ ਕੀ ਹੈ, ਬਾਹਰ ਜਾ ਕੇ ਨੌਕਰੀ ਵੀ ਕਰਨੀ, ਕੰਮ ਵੀ ਕਰਨਾ। ਉਹਦੇ ਵਿੱਚ ਜਿਹੜਾ ਅਗਲੇ ਦਿਨ ਕਿਸੇ ਨੇ ਇੱਕ ਸਵਾਲ ਪੁੱਛਿਆ ਕਿ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਜੇ ਧਰਮ ਪਾਲਦੇ ਹੋ ਤੇ ਝੂਠ ਨਹੀਂ ਬੋਲਣਾ, ਪਰ ਸਾਨੂੰ ਬਿਜ਼ਨਸ ਵਿੱਚ ਤੇ ਝੂਠ ਬੋਲਣਾ ਪੈਂਦਾ, ਤੇ ਅਸੀਂ ਕੀ ਕਰੀਏ? ਸੋ ਮਤਲਬ ਕਹਿਣ ਦਾ ਕਿ ਜਦੋਂ ਅੱਗੋਂ ਗ੍ਰਸਤ ਦੇ ਵਿੱਚ ਕਮਾਉਣ ਵਾਸਤੇ ਪਿਆ ਤੇ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀ ਅਲਾਮਤਾਂ ਸਾਰੀਆਂ ਆ ਗਈਆਂ। ਝੂਠ ਬੋਲਣਾ ਵੀ, ਕਰਪਸ਼ਨ ਵੀ, ਉਹ ਸਾਰਾ ਕੁਝ ਆ ਗਿਆ। ਉਹ ਨਾ ਸਹਿਜ ਖਟੇ ਲੱਖ ਕੌਟ ਦਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ। ਫਿਰ ਮੋਰ ਐਂਡ ਮੋਰ ਐਂਡ ਮੋਰ। ਹੁਣ ਧਿਆਨ ਹੋਰ ਕਿਸੇ ਪਾਸੇ ਨਹੀਂ ਨਾ, ਹੋਰ ਧਿਆਨ ਹੈ ਕਿ ਵੀ ਮੈਨੂੰ ਜੀਵਨ ਕਿਉਂ ਮਿਲਿਆ ਹੈ, ਕਿ ਵੀ ਭਈ ਪ੍ਰਾਪਤ ਮਾਨਵ ਜ਼ਰੀਆ, ਉਹਦੇ ਵੱਲ ਤੇ ਧਿਆਨ ਨਹੀਂ। ਹੁਣ ਧਿਆਨ ਸਾਰਾ ਹੈ ਕਿ ਮੈਂ ਜ਼ਿਆਦਾ ਸਕਸੈਸ ਕਿਵੇਂ, ਵੱਡਾ ਕਿਵੇਂ ਬਣਾ, ਮੇਰੀ ਆਪਣਾ ਇੱਜ਼ਤ ਜਿਹੜੀ सोसाइटी में ज्यादा मेरे को ज्यादा पैसा हो, मेरे को अच्छी कार हो, मेरा अच्छा कार हो। मोर एंड मोर। कहते ने एक आदमी सी ते उस को बड़ा पैसा सी ते ओनू जोशी ने दसिया कि तेरे को इन्ना पैसा है कि तेरियां 10 पौड़ियां जड़ियां 10 पीढ़ियां खान ते नहीं मुकेगा। ते कहते ने उन्हें रोना शुरू कर दिया। ते कहंदा व्हाट अबाउट माय 11th पीढ़ी, मेरी जी 11वीं पीढ़ी है वो की करेगी? वो रोन लग गया। तो नौकर कहने लगा कि की गल है? कहता कि मेरी 11वीं पीढ़ी की करेगी?
ਉਹ ਕਹਿੰਦਾ ਚਲੋ ਇੱਥੇ ਨਾ ਇੱਕ ਬੜਾ ਸਿਆਣਾ ਆਦਮੀ, ਉਹਦੇ ਕੋਲ ਚੱਲਦੇ ਹਾਂ, ਉਹਦੇ ਕੋਲ ਜਾ ਕੇ ਪੁੱਛਨੇ ਆ ਵੀ ਕੀ ਕੀਤਾ ਜਾਏ। ਸੋ ਉਹਦੇ ਕੋਲ ਗਿਆ ਤੇ ਕਹਿੰਦੇ ਕਿ ਥੋੜਾ ਬਹੁਤ ਅਸੀਂ ਰਾਸ਼ਨ ਪਾਣੀ ਵੀ ਲੈ ਜਾਂਦੇ ਹਾਂ, ਉਹਨੂੰ ਪੁੱਛਾਂਗੇ ਵੀ ਤੈਨੂੰ ਕੀ ਲੋੜ ਹੈ, ਕਿਉਂਕਿ ਬੜੇ ਗਰੀਬ। ਸੋ ਰਾਸ਼ਨ ਪਾਣੀ ਵੀ ਥੋੜਾ ਲੈ ਗਿਆ। ਸੋ ਗਏ, ਉਹਨੇ ਮਤਲਬ ਜਿਹਦੇ ਘਰ ਗਿਆ ਉਹਨੇ ਬਿਠਾਇਆ, ਉਹਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਤੇਰੇ ਕੋਲੋਂ ਰਾਏ ਲੈਣ ਆਏ ਹਾਂ, ਪਰ ਪਹਿਲਾਂ ਅਸੀਂ ਥੋੜਾ ਤੇਰੇ ਵਾਸਤੇ ਰਾਸ਼ਨ ਲਿਆਏ ਹਾਂ, ਤੂੰ ਰਾਸ਼ਨ ਲੈ ਲੈ। ਉਹਨੇ ਅੰਦਰੋਂ ਆਪਣੀ ਵਾਈਫ ਨੂੰ ਆਵਾਜ਼ ਦਿੱਤੀ ਕਿ ਬਈ ਤੂੰ ਆ ਤੇ ਦੇਖ ਬਈ ਕੀ ਰਾਸ਼ਨ ਤੈਨੂੰ ਚਾਹੀਦਾ। ਤੇ ਉਹ ਕਹਿਣ ਲੱਗੀ ਜੀ ਅੱਜ ਵਾਸਤੇ ਤੇ ਬਹੁਤ ਕੁਛ ਹੈਗਾ ਹੈ ਤੇ ਕੱਲ ਵਾਸਤੇ ਨਹੀਂ ਚਾਹੀਦਾ, ਕੱਲ ਦਾ ਕੱਲ ਦੇਖਾਂਗੇ। ਉਸ ਆਦਮੀ ਨੂੰ ਬੜੀ ਸ਼ਰਮ ਆਈ। ਐਕਚੁਅਲੀ ਉਹਦਾ ਨੌਕਰ ਲੈ ਕੇ ਹੀ ਤਾਂ ਕਰਕੇ ਗਿਆ ਸੀ ਕਿ ਇਹਨੂੰ ਪਤਾ ਲੱਗੇ। ਸੋ ਇਹ ਇੱਕ ਇਨਸਾਨ ਦੇ ਤੇ ਖੈਰ ਐਕਸਟ੍ਰੀਮ ਕੇਸ ਹੈ ਕਿ ਇਨਸਾਨ ਦੀ ਹਾਲਤ ਦੱਸੀ ਹੈਗੀ ਕਿ ਕੀ ਉਹਨੂੰ ਇੰਨਾ ਮੋਹ ਹੁੰਦਾ ਹੈ। ਉਹ ਸਿਰਫ ਆਪਣੇ ਵਾਸਤੇ ਨਹੀਂ ਬਣਾਉਂਦਾ, ਉਹ ਕਹਿੰਦਾ ਮੇਰੇ ਅੱਗੋਂ ਬੱਚਿਆਂ ਵਾਸਤੇ, ਬਜਾਏ ਦੇ ਕਿ ਦੂਸਰੇ ਪਾਸੇ ਮਨ ਲਗਾਏ ਕਿ ਹੁਣ ਮੇਰੇ ਕੋਲ ਬਹੁਤ ਹੋ ਗਿਆ ਹੈ, ਉਹ ਫਿਰ ਉਸ ਪਾਸੇ ਮਨ ਲਗਾਉਂਦਾ ਹੈ ਕਿ ਮੈਂ ਹੋਰ ਇੱਕ ਹੋਰ ਦੀ ਐਸੀ ਹੋੜ ਲੱਗਦੀ ਹੈ ਕਿ ਉਹ ਫਿਰ ਐਂਡ ਤੱਕ ਖਤਮ ਹੀ ਨਹੀਂ ਹੁੰਦੀ। ਅੱਗੇ ਵੇ 8ਵੇਂ ਕ੍ਰੋਧ ਕੀਆ ਤਨਵਾਸ। ਹੁਣ ਕ੍ਰੋਧ ਕਿਉਂ ਹੋਇਆ? ਥੋੜਾ ਬੁੱਢਾ ਹੋ ਗਿਆ, ਕਮਾਇਆ ਬਹੁਤਾ ਜਾਂਦਾ ਨਹੀਂ, ਡਿਜ਼ਾਇਰਸ ਬੜੀਆਂ ਸੀ, ਤ੍ਰਿਸ਼ਨਾ ਬੜੀਆਂ ਸੀ, ਪਰ ਤ੍ਰਿਸ਼ਨਾ ਤਾਂ ਸਾਰੀਆਂ ਪੂਰੀਆਂ ਨਹੀਂ ਹੋਈਆਂ, ਹੁੰਦੀਆਂ ਹੀ ਨਹੀਂ, ਕਿਸੇ ਦੀਆਂ ਵੀ ਨਹੀਂ ਹੁੰਦੀਆਂ। ਜੇਕਰ ਅਸੀਂ ਤ੍ਰਿਸ਼ਨਾ ਨੂੰ ਪੂਰੀਆਂ ਕਰਨ ਲੱਗੇ ਤੇ ਅਖੀਰ ਤੱਕ ਤ੍ਰਿਸ਼ਨਾ ਪੂਰੀਆਂ ਨਹੀਂ ਹੁੰਦੀ। ਇੱਕ ਮੈਂ ਤਾਂ ਛੋਟੀ ਜਿਹੀ ਬੜੀ ਇੰਟਰਸਟਿੰਗ ਮਿਸਾਲ ਦੱਸਣੀ ਆ। ਇੱਕ ਕੋਈ ਲੇਡੀ ਐਂਡ ਵਿੱਚ ਸੀ, ਬੇਹੋਸ਼ ਸੀ, ਬਿਲਕੁਲ ਡੈਥ ਬੈੱਡ ਸੀ ਤੇ ਉਹਦੀ ਬੇਟੀ ਉਹਨੂੰ ਮਿਲਣ ਵਾਸਤੇ ਆਈ ਸੀ ਤੇ ਉਹ ਜਾ ਰਹੀ ਸੀ। ਮਰਦੀ ਉਹਨੂੰ ਕਹਿੰਦੀ ਮੇਰੀ ਚੁੰਨੀ ਨਾ ਲੈ ਕੇ ਜਾਏ, ਮੇਰੀ ਚੁੰਨੀ ਨਾ ਲੈ ਜਾਏ। ਤੇ ਇਹ ਇੱਕ ਸਾਡੇ ਵਾਸਤੇ ਵੀ ਬੜਾ ਲੈਸਨ ਹੈ ਫॉर ਐਵਰੀਬਾਡੀ ਕਿ ਜੇ ਅਸੀਂ ਸਾਰੀ ਉਮਰ ਵੀ ਮਾਇਆ ਦੇ ਵਿੱਚ ਰਹਿੰਦੇ ਹਾਂ, ਸਾਰੀ ਉਮਰ ਤੇ ਅਖੀਰ ਤੇ ਵੀ ਸਾਡਾ ਧਿਆਨ ਜਿਹੜਾ ਉਧਰ ਹੀ ਹੁੰਦਾ। ਸੋ ਹੁਣ ਉਹ ਡਿਜ਼ਾਇਰ ਜਿਹੜੀਆਂ ਹੈਗੀਆਂ ਨੇ ਅਜੇ ਵੀ ਪੂਰੀਆਂ ਨਹੀਂ ਹੋਈਆਂ, ਸਰੀਰ ਤੇ ਰਹਿ ਗਿਆ, ਤ੍ਰਿਸ਼ਨਾ ਪੂਰੀਆਂ ਨਹੀਂ ਹੋਈਆਂ। ਇਹਦੇ ਚ ਇੱਕ ਹੋਰ ਮੈਨੂੰ ਛੋਟੀ ਜਿਹੀ ਕਹਾਣੀ ਯਾਦ ਆ ਰਹੀ ਹੈ। ਕਹਿੰਦੇ ਕਿ ਉਹ ਆਦਮੀ ਸੀ, ਬੜਾ ਬਿਮਾਰ ਸੀ ਤੇ ਉਹ ਬਿਲਕੁਲ ਡੈਥ ਬੈੱਡ ਤੇ ਸੀ ਤੇ ਉਹਦੇ ਬੇਟੇ ਸੀ, ਤਿੰਨ ਸਲਾਹ ਕਰਨ ਲੱਗੇ ਕਿ ਜੇ ਸਾਡੇ ਫਾਦਰ ਨੇ ਤੇ ਮਾਰ ਹੀ ਜਾਣਾ ਹੈ ਤੇ ਇਹਨੂੰ ਅਸੀਂ ਬੜੀ ਸ਼ਾਨ ਨਾਲ ਸ਼ਮਸ਼ਾਨ ਭੂਮੀ 'ਚ ਲੈ ਕੇ ਜਾਣਾ। ਅਸੀਂ ਬੜੇ ਅਮੀਰ ਆ, ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਬੜੇ ਅਮੀਰ ਆ। तो कहने लगे कोई कह रहा कि पालकी बनावेंगे, कोई कुछ ते फादर ਨੂੰ ਹੋਸ਼ ਹੀ ਥੋੜੀ। ਕਹਿੰਦਾ ਬੇਵਕੂਫੋ, ਮੈਂ ਤੇ ਇੰਨੀ ਮੁਸ਼ਕਿਲ ਨਾਲ ਪੈਸਾ ਕਮਾਇਆ ਹੈ, ਤੁਸੀਂ ਪੈਸਾ ਖਰਚ ਕਿਉਂ ਕਰੋ? ਚਲੋ ਮੈਂ ਆਪੇ ਹੀ ਚੱਲਣਾ ਪੈਦਲ। ਸੋ ਦਿਸ ਇਜ਼ ਹੱਦ, ਮਾਇਆ ਦੀ ਹੱਦ ਦੱਸੀ ਗਈ ਹੈਗੀ ਹੈ ਕਿ ਇਨਸਾਨ ਦੇ ਅੰਦਰ ਉਹ ਜਿਹੜੀ ਡਿਜ਼ਾਇਰ ਤ੍ਰਿਸ਼ਨਾ ਹੈ ਉਹ ਐਂਡ ਤੱਕ ਰਹਿੰਦੀ ਹੈ, ਉਹ ਜਾਂਦੀ ਨਹੀਂ। ਕਿਉਂਕਿ ਜੇਕਰ ਤੁਸੀਂ ਕਹਿੰਦੇ ਨੇ ਕਿ ਜਦੋਂ ਤੁਸੀਂ ਅੱਗ ਬਾਲੋ ਤੇ ਪਹਿਲਾਂ ਕਹਿੰਦੇ ਛੋਟੀਆਂ ਲੱਕੜੀਆਂ ਰੱਖੋ ਤਾਂ ਕਿ ਛੋਟੀਆਂ ਲੱਕੜੀਆਂ ਪਹਿਲਾਂ ਲੱਗੇਗੀ ਫਿਰ ਵੱਡੀਆਂ ਲੱਗੇਗੀ। ਤੇ ਜੇਕਰ ਪਹਿਲਾਂ ਅਸੀਂ ਉਸ ਮਾਇਆ ਵਿੱਚੋਂ ਨਹੀਂ ਨਿਕਲੇ, ਤ੍ਰਿਸ਼ਨਾ ਨਿਕਲੇ, ਤੇ ਅਖੀਰ ਤੇ ਜੇ ਅਸੀਂ ਕਹੀਏ ਕਿ ਅੰਤਕਾਲ ਅੰਸ਼ਕਾਲ ਜਿਹੜਾ ਸਿਮਰੇਗਾ, ਇਹ ਨਹੀਂ ਹੋ ਸਕਦਾ। ਜੋ ਅਸੀਂ ਸਾਰੀ ਉਮਰ ਦੇ ਵਿੱਚ ਸਾਡੀ ਟੈਂਡੈਂਸੀ ਰਹੀ ਹੈ ਉਹੀ ਸਾਡੀ ਟੈਂਡੈਂਸੀ ਐਂਡ ਵਿੱਚ ਹੋਈ ਹੈ। ਅੱਗੇ ਵੇ ਨਾਮੇ ਤੌਲੇ ਉੱਬੇ ਸਾ 10ਵੇਂ ਦੱਦਾ ਹੁਆ ਸੋ। ਹੁਣ ਬੁੱਢਾ ਹੋ ਗਿਆ ਬਿਲਕੁਲ, ਸਰੀਰ ਜਿਹੜਾ ਹੈਗਾ ਉਹਦੇ ਬਿਮਾਰੀਆਂ ਆ ਗਈਆਂ। ਹੁਣ ਜਿਹੜਾ ਆਪਣਾ ਉੱਠਿਆ ਨਹੀਂ ਜਾਂਦਾ, ਖਾਧਾ ਨਹੀਂ ਜਾਂਦਾ, ਪੀਤਾ ਨਹੀਂ ਜਾਂਦਾ, ਹੁਣ ਬੜਾ ਬੁਰਾ ਲੱਗ ਰਿਹਾ। ਹੁਣ ਉੱਬੇ ਸਾ ਕੇ ਹੁਣ ਕੀ ਕੀਤਾ ਜਾਏ? ਬਸ ਇਹ ਕਰਦਿਆਂ ਕਰ ਬੰਦੇ ਦਾ ਜਿਹੜਾ ਅੰਤ ਹੋ ਜਾਂਦਾ। ਸੋ ਇਹ ਦੇਖੋ ਇੱਕ ਬੰਦੇ ਨੂੰ ਇੱਕ ਕਹਾਣੀ ਗੁਰਬਾਣੀ ਦੇ ਥਰੂ ਉਹਨਾਂ ਨੇ ਦੱਸੀ ਹੈਗੀ ਹੈ ਕਿ ਪੈਦਾ ਹੋਣ ਤੋਂ ਐਂਡ ਤੱਕ ਲੈ ਕੇ ਜੇ ਅਸੀਂ ਧਿਆਨ ਨਾ ਕਰੀਏ, ਜੇ ਅਸੀਂ ਦੂਸਰੇ ਪਾਸੇ ਧਿਆਨ ਨਾ ਲਗਾਈਏ ਤੇ ਜਿਹੜਾ ਹੈ ਕਿ ਮਾਇਆ ਜਿਹੜੀ ਉਹ ਬੜੀ ਡਰਦੀ, ਉਹ ਬੜੀ ਸਟਰੋਂਗ ਹੈ। ਉਹ ਸਾਨੂੰ ਮਤਲਬ ਪੈਦਾ ਹੋਣ ਤੋਂ ਮਰਨ ਤੱਕ ਜਿਹੜਾ ਹੈਗਾ ਉਹ ਸਾਨੂੰ ਆਪਣੇ ਪਿੱਛੇ ਲਗਾਏ ਰੱਖੇਗਾ। ਗੁਰੂ ਅਮਰਦਾਸ ਜੀ ਨੇ ਕਿਹਾ, ਗੁਰਬਾਣੀ ਤੇ ਬੜਾ ਇਹਦੇ ਬਾਰੇ ਦੱਸਦੀ ਹੈਗੀ ਹੈ, ਔਰ ਅਸੀਂ ਪੜ੍ਹ ਰਹੇ ਹਾਂ, ਅਸਰ ਵੀ ਹੁੰਦਾ ਹੈ,
ਪਰ ਫਿਰ ਵੀ ਮਾਇਆ ਥੋੜਾ ਜਿਹਾ ਪਿੱਛੇ ਖਿੱਚਦੀ ਰਹਿੰਦੀ। ਉਹਨਾਂ ਨੇ ਕਹਿਣਾ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਕਾਢੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ। ਸੋ ਮਤਲਬ ਮਾਇਆ ਜਿਹੜੀ ਇੰਨੀ ਹੈ ਬਿਨ ਦੰਤਾਂ ਜਗ ਖਾਇਆ, ਮਤਲਬ ਮਾਇਆ ਉਹਨੂੰ ਚਿੱਤਦੀ ਵੀ ਨਹੀਂ ਹੈਗੀ, ਫਿਰ ਨਿਗਲ ਹੀ ਜਾਂਦੀ। ਸੋ ਇਸ ਤਰ੍ਹਾਂ ਦੀ ਟੈਂਡੈਂਸੀ ਇਨਸਾਨ ਦੀ ਹੋ ਜਾਂਦੀ ਹੈ ਕਿ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ, ਉਹਨੂੰ ਸੋਚਦਾ ਹੀ ਨਹੀਂ ਹੈਗਾ ਕਿ ਮੈਂ ਕਰਨਾ ਕਿਸ ਦੇ ਕਰ ਕੀ ਰਿਹਾ ਵਾਂ। ਹੁਣ ਉਹ ਮਿਸਾਲ ਦਿੰਦੇ ਨੇ ਕਿ ਬਈ ਇਨਸਾਨ ਦੇ ਕੋਲ ਸਭ ਕੁਝ ਹੁੰਦਾ ਹੈ। ਗੁਰਬਾਣੀ ਸੰਤੋਖ ਨੂੰ ਬੜਾ ਜ਼ੋਰ ਦਿੱਤਾ ਗਿਆ, ਹਰ ਥਾਂ ਤੇ ਸੰਤੋਖ। ਤੌਲ ਧਰਮ ਦਇਆ ਕਾ ਪੋ ਸੰਤੋਖ ਥਾਪ ਰੱਖਿਆ ਜਿਨ ਸੂਤ, ਮਤਲਬ ਕਿ ਜਿਹੜੀ ਕਿ ਸੂਤਰ ਵਿੱਚ ਬੱਧੀ ਹੋਈ ਹੈ ਸਾਰੀ ਸ੍ਰਿਸ਼ਟੀ ਸੰਤੋਖ ਵਿੱਚ। ਜੇ ਸੰਤੋਖ ਨਹੀਂ ਤੇ ਆਪਾ ਤਾਪੀ ਹੈ, ਜੇ ਕੰਟੈਂਟਮੈਂਟ ਨਹੀਂ ਤੇ ਮੋਰ ਮੋਰ ਮੋਰ। ਐਂਡ ਫਿਰ ਇਹ ਹੈ ਕਿ ਫਿਰ ਨਾ ਤੁਹਾਡਾ ਕੋਈ ਧਰਮ ਹੈ, ਨਾ ਤੁਹਾਡੇ ਕੋਈ ਕਰੈਕਟਰ ਹੈ, ਫਿਰ ਤੁਸੀਂ ਉਹਦੇ ਵਿੱਚ ਇੰਨੇ ਰੁੱਝ ਜਾਂਦੇ ਹੋ ਕਿ ਤੁਹਾਨੂੰ ਸਭ ਕੁਝ ਭੁੱਲ ਜਾਂਦਾ। ਸੋ ਪਰਿਵਾਰ ਵੀ ਇਹ, ਖਾਣ ਪੀਣ ਨੂੰ ਇਹ ਸਭ ਕੁਝ ਹੈ, ਬਟ ਕੀ ਹੈ ਭਟਕਣ ਉਸ ਤਰ੍ਹਾਂ ਹੀ। ਤੁਸੀਂ ਦੇਖਿਆ ਜੇਕਰ ਸੰਤੋਖ ਨਾ ਹੋਵੇ ਨਾ ਤਾਂ ਸਭ ਕੁਝ ਵੀ ਹੋਵੇ, ਭਟਕਣ ਰਹਿੰਦੀ ਹੈ। ਬੜੇ ਅਮੀਰ ਅਮੀਰ ਲੋਕੀ ਸਭ ਕੁਝ ਹੈ ਪਰ ਭਟਕਣ ਨਹੀਂ ਜਾਂਦੇ। ਕਿਉਂ? ਉਸ ਰਸਤੇ ਤੇ ਪਿਆ ਹੀ ਨਹੀਂ ਜਿੱਥੇ ਭਟਕਣ ਜਾਏ, ਉਸ ਰਸਤੇ ਤੇ ਪਿਆ ਹੀ ਨਹੀਂ ਜਿੱਥੇ ਸ਼ਾਂਤੀ ਆਵੇ। ਕਿਉਂਕਿ ਅਸਲੀ ਕੀ ਹੈ, ਇਨਸਾਨ ਲੱਭਦਾ ਕੀ ਹੈ ਜ਼ਿੰਦਗੀ ਦੇ ਵਿੱਚ? ਖੁਸ਼ੀ, ਹੈਪੀਨੈਸ। ਪਰ ਉਹਨੂੰ ਇਹ ਨਹੀਂ ਪਤਾ ਕਿ ਹੈਪੀਨੈਸ ਹੈ ਕਿੱਥੇ। ਉਹ ਗਲਤ ਥਾਂ ਤੇ ਹੈਪੀਨੈਸ ਨੂੰ ਢੂੰਡ ਰਿਹਾ। ਹੈਪੀਨੈਸ ਤੇ ਤੁਹਾਡੇ ਮਨ ਦੀ ਸ਼ਾਂਤੀ, ਤੁਹਾਡਾ ਗਿਆਨ, ਤੁਹਾਡਾ ਉੱਚੇ ਪਾਸੇ ਲੱਗਣਾ, ਜਿਹੜੀ ਤੁਹਾਡੇ ਅੰਦਰ ਪਰਮਾਤਮਾ ਦੀ ਵਸਾ ਹੈ, ਉਹਦੇ ਹਿਸਾਬ ਨਾਲ ਜੀਵਨ ਜਿਹੜਾ ਹੈ ਬਤਾਣਾ। ਲੇਕਿਨ ਕੀ ਹੈ ਕਿ ਜੇਕਰ ਤੁਸੀਂ ਉਧਰ ਨਹੀਂ ਪਏ ਤੇ ਫਿਰ ਤੁਸੀਂ ਉਧਰ ਅਖੀਰ ਤੱਕ ਪੈ ਹੀ ਨਹੀਂ ਸਕਦੇ ਹੈਗਾ, ਤੁਹਾਡਾ ਧਿਆਨ ਦੂਸਰੇ ਪਾਸੇ ਰਹੇਗਾ। ਤੁਸੀਂ ਤਾਂ ਖੈਰ ਮਤਲਬ ਬਹੁਤ ਹੀ ਪਰਮਾਤਮਾ ਦੀ ਬਹੁਤ ਕਿਰਪਾ ਹੋਵੇ, ਉਹਦੀ ਗ੍ਰੇਸ ਹੋਵੇ ਤਾਂ ਇਸ ਪਾਸੇ ਲੱਗਦਾ। ਹੁਣ ਤੁਸੀਂ ਤੇ ਉਸ ਗ੍ਰੇਸ ਦੇ ਵਿੱਚ, ਅਸੀਂ ਮਾਇਆ ਤੇ ਤਾਂ ਸਮਝ ਰਹੇ ਹਾਂ ਬੜੀ ਜ਼ਰੂਰੀ ਹੈ, ਕਿਉਂਕਿ ਸਮਝਣਾ ਬੜਾ ਜ਼ਰੂਰੀ ਹੈ। ਕਈ ਚੀਜ਼ਾਂ ਜਿਹੜੀਆਂ ਨੇ ਸਾਨੂੰ ਜੇ ਸਮਝ ਨਾ ਆਵੇ ਤੇ ਅਸੀਂ ਦਿਮਾਗ ਤੇ ਬੜਾ ਲਗਾਉਂਦੇ ਹਾਂ, ਫਿਰ ਵੀ ਸਮਝ ਨਹੀਂ ਆਉਂਦੀ। ਤੇ ਜੇ ਚੀਜ਼ ਦੀ ਕਲੈਰਿਟੀ ਆ ਜਾਏ ਨਾ ਤੇ ਫਿਰ ਉਹਦੇ ਵਿੱਚੋਂ ਨਿਕਲਣਾ ਬੜਾ ਸੌਖਾ ਹੁੰਦਾ। ਸੋ ਭਾਵੇਂ ਸਭ ਕੁਝ ਵੀ ਹੋਵੇ, ਸਾਨੂੰ ਖੁਸ਼ੀ ਨਹੀਂ ਹੁੰਦੀ। ਖੁਸ਼ੀ ਕਿਵੇਂ ਹੁੰਦੀ ਹੈ? ਅਸੀਂ ਨਾ ਕਿਸੇ ਦਿਨ ਅਸੀਂ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਜਿਹੜੀਆਂ ਨੇ ਉਹਨਾਂ ਤੇ ਦੇਖਾਂਗੇ, ਕਿਉਂਕਿ ਜਿਹੜਾ ਦੁਨੀਆ ਦਾ ਸੁੱਖ ਵੇ ਨਾ, ਇਹ ਸੁੱਖ ਵੇ, ਆਨੰਦ ਨੇ। ਜ਼ੁਬਾਨੀ ਤਾਂ ਅਸੀਂ ਕਹਿ ਦਿੰਦੇ ਹਾਂ ਹਾਂਜੀ ਕੀ ਹਾਲ ਹੈ, ਹਾਂਜੀ ਬੜਾ ਸੁੱਖ ਆਨੰਦ ਹੈ, ਲੇਕਿਨ ਆਨੰਦ ਤੇ ਸੁੱਖ ਵਿੱਚ ਬੜਾ ਫਰਕ ਹੈ। ਸੁੱਖ ਤੇ ਜਿਹੜਾ ਸਾਨੂੰ ਟੈਂਪਰੇਰੀ ਹੁੰਦਾ ਹੈ, ਚੀਜ਼ ਆਈ ਸਾਨੂੰ ਬੜਾ ਅੱਛਾ ਲੱਗਾ, ਉਸ ਤੋਂ ਬਾਅਦ ਫਿਰ ਅਸੀਂ ਦੂਸਰੀ ਵਾਸਤੇ ਜਾਣਾ ਹੋ ਜਾਂਦੇ। ਪਰ ਜਿਹੜਾ ਆਨੰਦ ਹੈ ਜਦੋਂ ਇੱਕ ਵਾਰੀ ਇਸਟੈਬਲਿਸ਼ ਹੋ ਜਾਂਦਾ ਹੈ ਫਿਰ ਉਹ ਨਹੀਂ ਜਾਂਦਾ। ਸੋ ਜਿਉਂ-ਜਿਉਂ ਅਸੀਂ ਗੁਰਬਾਣੀ ਦੇ ਵਿੱਚ ਗਹਿਰਾਈ ਨਾਲ ਜਾਂਦੇ ਹਾਂ, ਅਸੀਂ ਆਨੰਦ ਦੀ ਸਟੇਟ ਵਿੱਚ ਆ ਜਾਂਦੇ ਹਾਂ। ਅਸੀਂ ਸੁੱਖ ਨਹੀਂ ਚਾਹੁੰਦੇ, ਅਸੀਂ ਆਨੰਦ ਚਾਹੁੰਦੇ ਹਾਂ। ਕਿਉਂ? ਹੁਣ ਸਾਨੂੰ ਸਮਝ ਆ ਗਈ ਕਿ ਅਸੀਂ ਮਾਇਆ ਵਿੱਚੋਂ ਕਿਵੇਂ ਨਿਕਲਣਾ ਤੇ ਆਨੰਦ ਵਿੱਚ ਕਿਵੇਂ ਜਾਣਾ। ਅੱਗੇ ਵੇ ਕੇ ਮਾਇਆ ਨੂੰ ਠੱਗਣੀ ਕਿਹਾ, ਕਿ ਮਾਇਆ ਨੇ ਸੰਸਾਰ ਨੂੰ ਠੱਗਿਆ ਹੋਇਆ, ਜਿਵੇਂ ਜਿਨ ਮਿੰਟ ਦੰਤਾਂ ਜਗ ਖਾਇਆ। ਠੱਗੜੇ ਕਿਸ ਤਰ੍ਹਾਂ ਹੈ? ਦੇਖੋ ਇੱਕ ਤੇ ਚੋਰ ਹੁੰਦੇ ਨੇ, ਚੋਰਾਂ ਤੋਂ ਬਚਾਉਣ ਵਾਸਤੇ ਤਾਂ ਅਸੀਂ ਤਾਲੇ ਤੁਲੇ ਲਗਾ ਲੈਂਦੇ ਹਾਂ, ਦਰਵਾਜ਼ੇ ਬੰਦ ਕਰ ਲੈਂਦੇ ਹਾਂ। ਡਾਕੂਆਂ ਤੋਂ ਮਤਲਬ ਬਚਣ ਵਾਸਤੇ ਵੀ ਅਸੀਂ ਆਪਣੇ ਕਰ ਲੈਣਾ ਇੰਤਜ਼ਾਮ, ਲੇਕਿਨ ਠੱਗਾਂ ਤੋਂ ਅਸੀਂ ਨਹੀਂ ਬਚ ਸਕਦੇ। ਮੈਨੂੰ ਪਤਾ ਇੱਕ ਵਾਰੀ ਅਸੀਂ ਮੈਂ ਬੜੀ ਛੋਟੀ ਜਿਹੀ ਹੁੰਦੀ ਸੀ ਤੇ ਕਹਿੰਦੇ ਹੁੰਦੇ ਸੀ ਕਿ ਠੱਗ ਆ ਗਏ ਨੇ, ਤਾਂ ਉਹ ਸਾਰੇ ਨਾ ਪਿੰਡ ਵਿੱਚ ਫੈਲ ਜਾਣਗੇ। ਅੱਛਾ, ਦੇ ਵਿਲ ਡੀਲ ਇਨ ਸੱਚ ਏ ਵੇ ਕਿ ਉਹ ਤੁਹਾਡੇ ਨਾਲ ਕੋਈ ਬੜੇ ਹਮਦਰਦ ਨੇ, ਉਹ ਤੁਹਾਡਾ ਅੱਗਾ ਪਿੱਛਾ ਜਾਣਦੇ ਨੇ, ਉਹ ਤੁਹਾਨੂੰ ਆਪਣੇ ਗੱਲਾਂ 'ਚ ਲਗਾ ਲੈਣਗੇ।
ਮੈਨੂੰ ਤਾਂ ਸਭ ਤੋਂ ਜ਼ਿਆਦਾ ਜਿਹੜੀ ਐਗਜ਼ਾਮਪਲ ਜਿਹੜੀ ਕਲੀਅਰ ਲੱਗਦੀ ਹੈ ਠੱਗਣੀ ਦੀ, ਹੋਵੇ ਐਡਵਰਟਾਈਜ਼ਮੈਂਟ ਦੀ, ਹੋਵੇ ਮੀਡੀਆ ਦੀ। ਜੋ ਤੁਹਾਨੂੰ ਮੀਡੀਆ ਕਹਿ ਦੇਗਾ, ਜੋ ਐਡਵਰਟਾਈਜ਼ਮੈਂਟ ਹੋਏਗੀ, ਤੁਸੀਂ ਇੰਨੇ ਇੰਪ੍ਰੈਸ ਹੁੰਦੇ ਹੋ ਕਿ ਤੁਸੀਂ ਅੰਦਰ ਜਾਂਦੇ ਹੀ। ਮੈਂ ਤੁਹਾਨੂੰ ਆਪਣੀ ਛੋਟੀ ਜਿਹੀ ਮਿਸਾਲ ਦੱਸਣੀ ਕਿ ਇੱਕ ਐਡਵਰਟਾਈਜ਼ਮੈਂਟ ਸੀ ਕਿ ਕੋਈ ਮਤਲਬ ਇੱਕ ਹਾਜ਼ਮੇ ਦੀ ਦਵਾਈ ਹੈ ਜ਼ੈਸਟਰ। तो वो इन्नी ज्यादा उन्हें लड़की ने सिफत की थी कि जो मेरा बेटा इत्थे आया छोटा, तो मैं कहा कि तू इंडिया तो लैके आई सो ब्रॉड। सो जो मैं वो पीती, इट वाज नथिंग, इट वाज सो यूजलेस, विच मीन्स कि जिन्ना ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਵੀ ਨੇ, ਦਿਸ ਵੀ ਰਹੀਆਂ ਨੇ, ਪਰ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਉਹਦੇ ਅੰਦਰ ਨਹੀਂ ਗਏ ਤੇ ਅਸੀਂ ਠੱਗੇ ਜਾਂਦੇ। ਕਈ ਵਾਰੀ ਅਸੀਂ ਕਿਸੇ ਦੀਆਂ ਗੱਲਾਂ 'ਚ ਆ ਜਾਂਦੇ ਹਾਂ, ਇਹਨੂੰ ਠੱਗ ਗਿਆ। ਸੋ ਮਾਇਆ ਨੂੰ ਠੱਗਣੀ ਕਿਹਾ, ਕਿਉਂਕਿ ਪਤਾ ਹੀ ਨਹੀਂ ਲੱਗਦਾ। ਦੇਖੋ ਜ਼ਿੰਦਗੀ ਦੇ ਵਿੱਚ ਅਸੀਂ ਇੰਨਾ ਕੁਝ ਜੋ ਕਰਨੇ ਆ, ਪਤਾ ਹੀ ਨਹੀਂ ਲੱਗਦਾ ਹੈਗਾ। ਆਪਣੇ ਦਿਲੋਂ ਅਸੀਂ ਕਹਿੰਦੇ, ਕਿਸੇ ਨੇ ਮੈਨੂੰ ਕਿਹਾ ਕਿ ਬਈ ਅਸੀਂ ਤੇ ਜ਼ਿੰਦਗੀ 'ਚ ਕਦੇ ਕੋਈ ਬੁਰਾ ਕੰਮ ਕੀਤਾ ਹੀ ਨਹੀਂ, ਪਰ ਫਿਰ ਵੀ ਰੱਬ ਨੂੰ ਸਜ਼ਾ ਕਿਉਂ ਦੇ ਰਿਹਾ? ਜਿਸ ਵਿੱਚ ਠੱਗਣੀ। ਕਿ ਹੁਣ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਅਸੀਂ ਕੋਈ ਗਲਤ ਕੰਮ ਕੀਤਾ ਹੀ ਨਹੀਂ? ਲੇਕਿਨ ਇਹ ਸਾਨੂੰ ਹੰਕਾਰ ਜਿਹੜਾ ਉਹ ਠੱਗ ਰਿਹਾ। ਉਹ ਕਹਿ ਰਿਹਾ ਕਿ ਬਈ ਤੁਸੀਂ ਤੇ ਚੰਗੇ ਹੀ ਬੜੇ ਹੋ, ਇਹ ਤੇ ਰੱਬ ਹੀ ਗਲਤ ਹੈ ਜਿਹੜਾ ਤੁਹਾਨੂੰ ਸਜ਼ਾ ਦੇ ਰਿਹਾ ਹੈਗਾ। ਸੋ ਮਾਇਆ ਨੂੰ ਠੱਗਣੀ ਵੀ ਕਿਹਾ ਹੈ, ਜਿਹੜੀ ਕਿ ਤੁਹਾਨੂੰ ਸਮਝਣ ਨਹੀਂ ਦਿੰਦੀ ਕਿ ਕੀ ਹੈ ਸਾਹਮਣੇ में, ਪਰ ਤੁਹਾਨੂੰ ਸਮਝਣ ਨਹੀਂ ਦਿੰਦੀ। ਸੋ ਕਹਿੰਦੇ ਨੇ ਇਹ ਠੱਗਣੀ ਜਿਹੜੀ ਹੈ, ਇਹਨੇ ਨਾ ਸਿਰਫ ਇਨਸਾਨ ਨੂੰ ਠੱਗਿਆ, ਇਹਨੇ ਤੇ ਜਾਨਵਰਾਂ ਨੂੰ ਵੀ ਠੱਗਿਆ ਹੈ। ਇਵੇਂ ਉਹਨਾਂ ਨੂੰ ਮਤਲਬ ਨਹੀਂ ਕੀਤਾ ਫਿਰ। ਇੱਕ ਤੇ ਮੱਛੀ ਦੀ ਮਿਸਾਲ ਉਹਨਾਂ ਨੇ ਦਿੱਤੀ ਹੈ ਕਿ ਮੱਛੀ ਸਮੁੰਦਰ ਮਤਲਬ ਪਾਣੀ ਵਿੱਚ ਰਹਿੰਦੀ ਹੈ ਤੇ ਉਹਨੂੰ ਪਾਣੀ ਨਾਲ ਬੜਾ ਪਿਆਰ ਹੈ। ਖੈਰ ਇਹ ਕੋਈ ਏਡੀ ਵੱਡੀ ਐਗਜ਼ਾਮਪਲ ਨਹੀਂ, ਪਰ ਜਿਹੜੀ ਜ਼ਿਆਦਾ ਐਗਜ਼ਾਮਪਲ ਇਹਦੀ ਹੈ ਕਿ ਜਦੋਂ ਮੱਛੀ ਨੂੰ ਕੋਈ ਪਕੜਨ ਜਾਂਦਾ ਤਾਂ ਉਹਦੇ ਅੱਗੇ ਕੰਡੇ ਦੇ ਅੱਗੇ ਥੋੜਾ ਜਿਹਾ ਮਾਸ ਲਗਾ ਦਿੰਦਾ ਹੈ ਤੇ ਉਸ ਲਾਲਚ ਦੇ ਵਿੱਚ ਮੱਛੀ ਜਿਹੜੀ ਉਸ ਕੰਡੇ 'ਚ ਫਸ ਜਾਂਦੀ ਹੈ ਔਰ ਉਹ ਪਕੜੀ ਜਾਂਦੀ। ਜਿਹੜੀ ਬੜੀਆਂ ਕਲੀਅਰ ਐਗਜ਼ਾਮਪਲ ਨੇ ਉਹ ਹੈਗੀਆਂ ਨੇ ਕਿ ਇੱਕ ਤੇ ਹੈਗੇ ਪਤੰਗੇ ਦੀ। ਪਤੰਗਾ ਲਾਈਟ ਨੂੰ ਦੇਖਦਾ ਉਹ ਰੈਜ਼ਿਸਟ ਹੀ ਨਹੀਂ ਕਰ ਸਕਦਾ, ਲਾਈਟ ਵਿੱਚ ਜਾਂਦਾ ਹੈ ਜਲ ਕੇ ਮਰ ਜਾਂਦਾ। ਦੂਸਰਾ ਪਤੰਗਾ ਫਿਰ ਆਂਦਾ, ਉਹ ਜਲ ਜਾਂਦਾ। what is this is ਮਾਇਆ, ਅਟਰੈਕਸ਼ਨ ਲਾਈਟ ਦੀ। ਲਾਈਟ ਦਿਸ ਰਹੀ ਅੱਛੀ ਲੱਗ ਰਹੀ, ਅੱਛਾ ਲੱਗਣ ਪਿੱਛੋਂ ਆਪਣੇ ਜਾਨ ਪਾ ਲੈ। ਇੱਕ ਵੇ ਭਮਰੇ ਦੀ, ਕੋਈ ਕਹਿੰਦਾ ਭਮਰਾ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਦਾਵੇ। ਭਮਰਾ ਜਿਹੜਾ ਫੁੱਲ ਤੇ ਬੈਠਦਾ ਉਹਨੂੰ ਬੜਾ ਅੱਛਾ ਲੱਗਦਾ। ਕਈ ਫੁੱਲ ਨੇ ਜਿਹੜੇ ਰਾਤ ਨੂੰ ਬੰਦ ਹੋ ਜਾਂਦੇ ਨੇ ਤੇ ਸਵੇਰੇ ਸੂਰਜ ਚੜਿਆ ਖੁੱਲਦੇ ਨੇ, ਤਾਂ ਰਾਤ ਨੂੰ ਬੰਦ ਹੋ ਜਾਂਦਾ, ਭਵਰਾ ਉਹਦੇ ਵਿੱਚ ਹੀ ਮਰ ਜਾਂਦਾ। ਪਰ ਕੀ ਹੈ? ਮਾਇਆ, ਆਰਾਮ, ਰੈਸਟ, ਖੁਸ਼ਬੂ। ਇੱਕ ਇਹਨਾਂ ਚੋਂ ਜਿਹੜੀ ਹਾਥੀ ਦੀ ਐਗਜ਼ਾਮਪਲ ਉਹ ਬੜੀ ਕਲੀਅਰ ਹੈ। ਹਾਥੀ ਨੂੰ ਕਾਮ ਵਾਸਨਾ ਵਿੱਚ ਬੜਾ ਸਟਰੋਂਗ ਮੰਨਿਆ ਗਿਆ। ਤੋ ਜਦੋਂ ਹਾਥੀ ਨੂੰ ਕਿਸੇ ਨੇ ਪਕੜਨਾ ਹੁੰਦਾ ਤੇ ਉਹ ਇਸ ਤਰ੍ਹਾਂ ਕਰਦੇ ਨੇ, ਇੱਕ ਹਥਨੀ ਬਣਾ ਕੇ, ਇੱਕ ਉਹਦਾ ਬੁੱਤ ਬਣਾ ਕੇ ਹਥਨੀ ਦਾ, ਤੇ ਇੱਕ ਟੋਆ ਬਣਾ ਕੇ ਉਹਦੇ ਉੱਤੇ ਟੈਂਪਰੇਰੀ ਜਿਹਾ ਛੱਤ ਪਾ ਕੇ ਉਹਨੂੰ ਖੜਾ ਕਰ ਦਿੰਦੇ ਨੇ। ਜਦੋਂ ਹਾਥੀ ਦੇਖਦਾ ਕਿ ਉੱਥੇ ਹਥਨੀ ਹੈ ਤੇ ਕਾਮ ਵਾਸਨਾ ਦਾ ਖਿੱਚਿਆ ਹੋਇਆ ਉੱਥੇ ਆਂਦਾ ਹੈ ਤੇ ਉਹ ਜਦੋਂ ਟੋਏ ਤੇ ਪੈਰ ਰੱਖਦਾ, ਹਥਨੀ ਨੂੰ ਟੱਚ ਕਰਦਾ ਹੈ ਤੇ ਉਹ ਟੋਏ ਦੇ ਵਿੱਚ ਗਿਰ ਜਾਂਦਾ। ਜਦੋਂ ਟੋਏ ਦੇ ਵਿੱਚ ਗਿਰ ਜਾਂਦਾ ਹੈ ਤੇ ਜਿਹੜਾ ਪਕੜਨ ਵਾਲਾ ਹੁੰਦਾ ਹੈ ਉਹ ਉਹਨੂੰ ਉੱਥੇ ਪਕੜ ਲੈਂਦਾ। ਸੋ ਵਿਚ ਮੀਨਸ ਕਿ ਮਾਇਆ ਜਿਹੜੀ ਹੈ ਉਹ ਬੰਦੇ ਨੂੰ ਹੀ ਨਹੀਂ, ਇਹ ਇੰਸਟਿੰਕਟ ਤੇ ਰੱਬ ਨੇ ਹਰ ਇੱਕ ਦੇ ਵਿੱਚ ਪਾ ਦਿੱਤਾ, ਪਰ ਬੰਦੇ ਵਾਸਤੇ ਆਸਾਨ ਬੜਾ ਉਹਦੇ ਚੋਂ ਨਿਕਲਣਾ, ਕਿਉਂਕਿ ਉਹਨੂੰ ਪਰਮਾਤਮਾ ਨੇ ਵਿਵੇਕ ਬੁੱਧੀ ਦਿੱਤੀ, ਉਹਨੂੰ ਵਿਜ਼ਡਮ ਦਿੱਤੀ ਹੈ, ਉਹਨੂੰ ਉਹਦੇ ਚ ਨਿਕਲਣ ਦੇ ਸਾਰੇ ਢੰਗ ਦੱਸੇ ਹੈਗੇ। ਸੋ ਇਨਸਾਨ ਮਾਇਆ ਦੇ ਵਿੱਚੋਂ ਨਿਕਲ ਸਕਦਾ ਹੈ ਜੇ ਉਹ ਮਤਲਬ ਆਪਣਾ ਪੂਰਾ ਜਿਹੜਾ ਹੈਗਾ ਵੇ
ਇੰਟੈਲੀਜੈਂਸ, ਆਪਣੀ ਵਿਵੇਕ ਬੁੱਧੀ ਇਸ ਪਾਸੇ ਲਗਾਇਆ ਤੇ ਹੁਣ ਇੱਕ ਇਹ ਕਹਿੰਦੇ ਨੇ ਸਵਾਲ ਉੱਠਦਾ ਹੈ ਕਿ ਰੱਬ ਨੇ ਮਾਇਆ ਬਣਾਈ ਕਿਉਂ? ਬਣਾਈ ਤੇ ਰੱਬ ਨੇ। ਉੱਥੇ ਵੇਖੇ ਮਾਇਆ ਤਾਂ ਮੋਹ ਨੇ ਤਿਨੇ ਕੀਤੀ ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤਿਨੇ ਵਿਟੋਂ ਜਿਨ ਮੋਹ ਮਿੱਠਾ ਲਾਇਆ। ਹੁਣ ਐਕਚੁਅਲੀ ਇੱਥੇ ਆ ਕੇ ਤੇ ਬੜਾ ਕਨਫਿਊਜ਼ਨ ਹੁੰਦਾ ਹੈ। ਅਸੀਂ ਮਾਇਆ ਨੂੰ ਤੇ ਬੜਾ ਬੁਰਾ ਵੀ ਸਮਝਨੇ ਆ, ਪਰ ਇਹ ਬਣਾਈ ਤੇ ਰੱਬ ਨੇ। ਸੋ ਕਿਉਂ ਬਣਾਈ ਹੈ? ਮਤਲਬ ਇੱਕ ਸਵਾਲ ਉੱਠਦਾ ਕਿਉਂ ਬਣਾਈ? ਸੋ ਇਹਦੇ ਵਿੱਚ ਮਤਲਬ ਆਪਣੀ ਆਪਣੀ ਮਰਜ਼ੀ ਨਾਲ ਲੋਕਾਂ ਨੇ ਜਵਾਬ ਦਿੱਤੇ ਨੇ, ਤੇ ਉਹਦੇ ਵਿੱਚ ਜਿਹੜੇ ਆਮ ਜਵਾਬ ਨੇ ਉਹ ਇਹ ਵੇ ਕਿ he does not want us to play an easy game. ਉਹ ਨਹੀਂ ਚਾਹੁੰਦਾ ਕਿ ਇਨਸਾਨ ਨੂੰ ਮੈਂ ਬਹੁਤ ਉੱਚਾ ਬਣਾਇਆ, ਬੜੀ ਉੱਚੀ ਅਕਲ ਦਿੱਤੀ ਹੈਗੀ ਏ, ਇਹ ਫਟਾਫਟ ਜਿਹੜਾ ਮਾਇਆ ਵਿੱਚੋਂ ਨਿਕਲ ਜਾਏ। ਉਹਨੇ ਉਹਨੂੰ ਇੱਕ ਬੜਾ ਮੁਸ਼ਕਲ ਰਸਤਾ ਦੱਸਿਆ। ਉਹਦੇ ਵਿੱਚ ਇਹ ਕਹਿੰਦੇ ਕਿ ਉਹਦਾ ਟੈਸਟ ਹੈ, ਕਿਉਂਕਿ ਐਕਚੁਅਲੀ ਵੈਸੇ ਇਹ ਸਾਈਕੋਲੋਜੀਕਲੀ ਇਹ ਜਿਹੜਾ ਇਹ ਸੱਚ ਹੈਗਾ ਕਿ ਜਿੰਨੀ ਕੋਈ ਚੀਜ਼ ਮੁਸ਼ਕਲ ਹੋਏਗੀ ਅਸੀਂ ਉਹਦੇ ਤੇ ਕਨਸੈਂਟਰੇਸ਼ਨ ਜ਼ਿਆਦਾ ਕਰਾਂਗੇ। ਜਿਹਦੇ ਤੇ ਕਨਸੈਂਟਰੇਸ਼ਨ ਅਸੀਂ ਕਰਾਂਗੇ ਉਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ। ਜੇਕਰ ਇੰਨਾ ਸੌਖਾ ਹੁੰਦਾ ਮਾਇਆ ਵਿੱਚੋਂ ਨਿਕਲਣਾ ਤੇ ਸ਼ਾਇਦ ਅਸੀਂ ਤੇ ਬਿਲਕੁਲ ਮਿਹਨਤ ਹੀ ਨਹੀਂ ਕਰਦੇ। ਹੁਣ ਅਸੀਂ ਕਿੰਨੀ ਮਿਹਨਤ ਕਰਨੀ ਹੈਗੀ ਕਿ ਇਹਦੇ ਚੋਂ ਨਿਕਲਿਆ ਕਿਵੇਂ ਜਾਏ। ਸੋ ਇਹ ਕਹਿੰਦੇ ਨੇ ਬੰਦੇ ਦਾ ਟੈਸਟ ਹੈ। ਰੱਬ ਨੇ ਕਿਹਾ ਕਿ ਮੈਂ ਤੈਨੂੰ ਇੰਨੀ ਉੱਚੀ ਅਕਲ ਦਿੱਤੀ ਹੈ, ਸਾਰੀ ਬਾਕੀ ਸਾਰੀ ਸਪੀਸ਼ੀਜ਼ ਨਾਲੋਂ ਤੈਨੂੰ ਉੱਚਾ ਬਣਾਇਆ ਹੈ, ਮੈਂ ਦੇਖਣਾ ਬਈ ਤੁਸੀਂ ਨਿਕਲਣਾ ਕਿੰਨਾ। ਸੋ ਇਹ God has put a question, ਬਟ ਮੈਨੂੰ ਨਹੀਂ ਪਤਾ, ਮੈਂ ਤੇ ਫਿਰ ਜੋ ਪੜ੍ਹਿਆ ਉਹ ਮੈਂ ਤੁਹਾਨੂੰ ਦੱਸ ਰਹੀ। ਸੋ ਮਾਇਆ ਨੂੰ ਕਹਿੰਦੇ ਨੇ ਖਤਮ ਨਹੀਂ ਕੀਤਾ ਜਾ ਸਕਦਾ, ਇਹਨੂੰ ਪਿੱਛੇ ਲਾਇਆ ਜਾ ਸਕਦਾ, ਪਰ ਇਹਨੂੰ ਪਿੱਛੇ ਲਾਣਾ ਵੀ ਬੜਾ ਮੁਸ਼ਕਿਲ ਹੈ। ਅਸੀਂ ਇਹਨੂੰ ਪਿੱਛੇ ਲਾਂਦੇ ਲਾਂਦੇ ਇਹੀ ਸਾਨੂੰ ਪਿੱਛੇ ਲਾ ਲੈਂਦੇ। ਬਟ ਉਹ ਫਿਰ ਕਹਿੰਦੇ ਨੇ ਕਿ ਹੁਣ ਇਹਦਾ ਇਲਾਜ ਕੀ ਹੈ। ਇੱਥੇ ਫਿਰ ਉਹਨਾਂ ਨੇ ਦੀਵੇ ਦੀ ਮਿਸਾਲ ਦਿੱਤੀ ਹੈ। ਇੱਕ ਬੜੀ ਬਿਊਟੀਫੁਲ ਚੀਜ਼ ਹੈ ਕਿ ਗੁਰਬਾਣੀ ਸਾਰੀ ਨੇ ਉਸ ਵਕਤ ਜਿਹੜਾ ਪ੍ਰੈਵਲੈਂਟ ਮਤਲਬ ਇੰਸਟਰੂਮੈਂਟ ਸੀ ਉਹਨਾਂ ਨੂੰ ਸਭ ਨੂੰ ਉਹਦੀਆਂ ਮਿਸਾਲਾਂ ਦਿੱਤੀਆਂ। ਹੁਣ ਇੱਥੇ ਵੇ ਬਿਨ ਤੇਲ ਦੀਵਾ ਕਿਉਂ ਜਲੇ? ਉਦੋਂ ਤੇ ਦੀਵੇ ਜਲਦੇ ਸੀ ਤੇਲ ਦੇ, ਲਾਲਟੈਨਾਂ ਤੋਂ ਉਸ ਤੋਂ ਬਾਅਦ ਆਈਆਂ। ਬਿਜਲੀ ਤੇ ਹੁਣ ਹੈ, ਜੇ ਗੁਰੂ ਨਾਨਕ ਦੇਵ ਜੀ ਹੁਣ ਹੁੰਦੇ ਤੇ ਉਹ ਬਿਜਲੀ ਮਿਸਾਲ ਦਿੰਦੇ, ਪਰ ਉਦੋਂ ਲੋਕੀ ਦੀਵੇ ਜਲਾਉਂਦੇ ਸੀ। ਉਹਨਾਂ ਕਿਹਾ ਬਿਨ ਤੇਲ ਦੀਵਾ ਕਿਉਂ ਜਲੇ? ਤੇਲ ਦੀਵਾ ਤੇਲ ਕੀ ਹੈ? ਇਹ ਸਾਡਾ ਸਰੀਰ ਜਿਹੜਾ ਹੈ ਇਹ ਦੀਵਾ ਹੈ। ਦੀਵੇ ਦੇ ਵਿੱਚ ਤੁਹਾਨੂੰ ਪਤਾ ਇੱਕ ਵੱਟੀ ਹੁੰਦੀ ਹੈ, ਫਿਰ ਤੇਲ ਪਾਈਦਾ ਹੈ, ਤਾਂ ਵੱਟੀ ਜਦੋਂ ਤੇਲ ਨੂੰ ਟੱਚ ਕਰਦੀ ਹੈ ਫਿਰ ਉਹ ਜਲਦੀ ਹੈ, ਨਹੀਂ ਤੇ ਵੱਟੀ ਜਿਹੜੀ ਉਹ ਆਪ ਜੇ ਤੇਲ ਨਾ ਪਾਓ ਤੇ ਵੱਟੀ ਜਿਹੜੀ ਫਟਾਫਟ ਰੂੰ ਜਲ ਜਾਏ। ਸੋ ਦੀਵਾ ਕੀ ਹੈ? ਦੀਵਾ ਸਾਡਾ ਸਰੀਰ ਹੈ। ਇਹਦੇ ਵਿੱਚ ਤੇਲ ਜਿਹੜਾ ਹੈ, ਜੇ ਅਸੀਂ ਤੇਲ ਨਹੀਂ ਪਾਵਾਂਗੇ ਤੇ ਬੱਤੀ ਜਲ ਜਾਏਗੀ। ਬੱਤੀ ਕੀ ਹੈ? ਬੱਤੀ ਜੋਤ ਹੈ, ਉਹ ਪ੍ਰਮਾਤਮਾ ਦੀ ਜੋਤ ਹੈ। ਸੋ ਤੇਲ ਕੀ ਹੈ? ਤੇਲ ਕੀ ਹੈ? ਉਹਦਾ ਸਿਮਰਨ, ਉਹਦੀ ਯਾਦ, ਉਹਦੀ ਵਿਜ਼ਡਮ, ਉਹਦਾ ਗਿਆਨ। ਜੇਕਰ ਅਸੀਂ ਗਿਆਨ ਦਾ ਦੀਵਾ ਜਿਹੜਾ ਹੈਗਾ ਹੈ ਉਹਦੇ ਵਿੱਚ ਗਿਆਨ ਦਾ ਜਿਹੜਾ ਤੇਲ ਪਾਉਂਦੇ ਰਹੀਏ, ਉਹਦੇ ਵਿੱਚ ਸਿਮਰਨ ਦਾ ਤੇਲ ਪਾਉਂਦੇ ਰਹੀਏ, ਤੇ ਫਿਰ ਕੀ ਹੈ? ਉਹ ਦੀਵਾ ਜਿਹੜਾ ਜਲਦਾ ਰਹਿੰਦਾ। ਦੂਸਰਾ ਹੈ ਕਿ ਜੇਕਰ ਇਹ ਵੀ ਹੋਏ ਤਾਂ ਜੇ ਹਵਾ ਆਏ ਤੇ ਦੀਵਾ ਬੁਝ ਜਾਏਗਾ। ਸੋ ਉਹਨੂੰ ਹਵਾ ਦੇ ਝੋਕਿਆਂ ਤੋਂ ਵੀ ਬਚਾਉਣਾ। ਉਹ ਕਿਸ ਤਰ੍ਹਾਂ ਬਚਾਉਣਾ? ਹਵਾ ਦੇ ਝੋਂਕੇ ਕੀ ਨੇ? ਸਾਡੀਆਂ ਸਾਰੀਆਂ ਕਮਜ਼ੋਰੀਆਂ, ਸਾਡੀਆਂ ਲਿਮਿਟੇਸ਼ਨਸ, ਸਾਡੇ ਵਿਕਾਰ, ਸਾਡੀਆਂ ਟੈਂਡੈਂਸੀ, ਉਹਨਾਂ ਤੋਂ ਆਪਣੇ ਆਪ ਨੂੰ ਕਿਵੇਂ ਹਟਾਣਾ। ਸੋ ਇੱਕ ਤੇ ਹੋ ਗਿਆ ਕਿ ਹਵਾ ਦੇ ਬੁੱਲਿਆਂ ਤੋਂ ਬਚਾਣਾ, ਇੱਕ ਕਿਵੇਂ ਕਿ ਤੇਲ ਪਾਣਾ। ਇਹ ਬੜੀ ਬਿਊਟੀਫੁਲ ਹੈਗੀ ਹੈ ਆਪਣਾ ਇਹ ਮਿਸਾਲ। ਇਹੋ ਜਿਹੀਆਂ ਮਿਸਾਲਾਂ ਬੜੀ ਯੂਜੂਅਲੀ ਯਾਦ ਰਹਿੰਦੀਆਂ ਨੇ, ਕਿਉਂਕਿ ਕਈ ਚੀਜ਼ਾਂ ਨੇ ਉਹ ਯਾਦ ਨਹੀਂ ਰਹਿੰਦੀਆਂ।
ਹੁਣ ਇਹਨਾਂ ਬਿਨ ਤੇਲ ਦੀਵਾ ਕਿਉਂ ਬਲੇ। ਹੁਣ ਇੱਕ ਦੀਵੇ ਦੀ ਮਿਸਾਲ ਜਿਹੜੀ ਇਹ ਜ਼ੁਰਜਾਤ ਕਿ ਅਸੀਂ ਸੁਣਿਆ ਸੀ ਦੀਵਾ, ਫਿਰ ਉਹ ਜਦੋਂ ਅਸੀਂ ਜ਼ਿੰਦਗੀ 'ਚ ਜੀਨੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਦੀਵਾ ਜਲਾਉਣ ਵਾਸਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਪਵੇਗਾ, ਭਈ ਪ੍ਰਾਪਤ ਮਾਨੁਖ ਦੇ ਹਰਿਆ ਗੋਬਿੰਦ ਮੇਰੇ ਕੀ ਤੇ। ਸੋ ਕੁਛ ਚੀਜ਼ਾਂ ਨੇ ਜਿਹੜੀਆਂ ਕਿ ਇਹਦੇ ਵਿੱਚੋਂ ਅਸੀਂ ਅੱਜ ਲੈਣੀਆਂ ਨੇ, ਫਾਲੋ ਕਰਨੀਆਂ ਹੈਗੀਆਂ। ਸੋ ਮਾਇਆ ਨੇ ਇਹ ਕਿਹਾ ਹੈ ਕਿ ਮਾਇਆ ਨੇ ਕਿਹਾ ਕਿ ਸਾਰੇ ਸੰਸਾਰ ਦੀ ਤੇ ਮੈਂ ਮਾਲਕ ਹਾਂ, ਪਰ ਮੇਰਾ ਮਾਲਕ ਕਰਤਾਰ। ਇਟਸ ਵੈਰੀ ਇੰਪੋਰਟੈਂਟ ਕਿ ਮੈਂ ਸਾਰੇ ਸੰਸਾਰ ਨੂੰ ਧੋਖਾ ਦੇ ਸਕਦੀ ਹਾਂ, ਮਾਲਕ ਨੂੰ ਨਹੀਂ ਦੇ ਸਕਦੀ। ਤੇ ਮਾਲਿਕ ਕੌਣ ਨੇ? ਵਿਵੇਕੀ ਸੰਤ ਜਿਹੜੇ ਨੇ ਉਹ ਮੇਰੇ ਮਾਲਕ। ਮਤਲਬ ਜਿਹੜੇ ਸੰਤ ਨੇ, ਜਿਹੜੇ ਪਰਮਾਤਮਾ ਨੂੰ, ਹੁਣ ਅਸੀਂ ਇਹ ਕਦੀ ਨਾ ਸਮਝੀਏ ਕਿ ਅਸੀਂ ਤਾਂ ਸੰਤ ਨਹੀਂ ਹੈਗੇ, ਸਾਰੇ ਸੰਤ ਨੇ ਜਿਹੜੇ ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਜਿਹੜੇ ਉਹ ਦਰਜਾ ਰਹੇ ਹੈਗੇ ਨੇ, ਉਹ ਸਾਰੇ ਹੀ ਸੰਤ ਨੇ। ਸੋ ਉਹਨਾਂ ਤੇ ਮਾਇਆ ਅਸਰ ਨਹੀਂ ਕਰਦੀ, ਜਿਨ੍ਹਾਂ ਨੇ ਆਪਣੀ ਵਿਵੇਕ ਬੁੱਧੀ ਨੂੰ ਯੂਜ਼ ਕਰਕੇ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਆਪ ਨੂੰ ਮਾਇਆ ਦੇ ਚੰਗੁਲ ਤੋਂ ਛੁਟਾ ਲਿਆ। कबीर जी कहते ने, को कबीर संतन की बैरन तीन लोक की प्यारी, बुरे काम को उठ खलोया नाम के बेला बेला पै सोया। ਹੁਣ ਉਹ ਕਹਿੰਦੇ ਨੇ ਕਿ ਮਾਇਆ ਕਹਿੰਦੀ ਹੈ ਕਿ ਮੈਂ ਤੇ ਸਾਰੀ ਦੁਨੀਆ ਨੂੰ ਠੱਗ ਲੈਣੀ ਆ, ਪਰ ਸੰਤ ਜਿਹੜੇ ਨੇ ਉਹ ਮੇਰੇ ਵੈਰੀ ਨੇ, ਉਹ ਮੇਰੇ ਵੈਰ ਪੈਣ, ਉਹ ਤੇ ਮੈਨੂੰ ਠੱਗਣ ਹੀ ਨਹੀਂ ਦਿੰਦੇ, ਉਹਨਾਂ ਨੂੰ ਮੈਂ ਠੱਗ ਹੀ ਨਹੀਂ ਸਕਦੀ। बुरे काम को उठ खलोया नाम की बेला पै सोया। मतलब सानू एक इंस्ट्रक्शन है कि थोड़ा जा सोच के जो कुछ ही कर रहे उन्होंने सोच के करो कि जो मैं कर लगा की करन लगा ये ना होए। हुण देखो अक्सर ही असी की है कि जदों अक्सर ही तुसीं भी सवाल पुछदे हो कि विचार क्यों आंदे ने, जदों असी मेरे पाठ करन लगने आ जां मैडिटेशन बैठे विचार क्यों आंदे। कदी किसी ने ये नहीं पूछा कि असी जो पिक्चर देखने लगने तो उदों विचार क्यों नहीं आते, कदी नहीं किसी ने पूछा। सवाल तो वही, गल तो वही है, उदों भी तुसीं कॉन्सनट्रेट कर रहे, उदों भी कर, क्यों नहीं? क्योंकि माया इन्नी डाढ़ी है, इन्नी छलनी है, इन्नी स्ट्रोंग है, वो आके तुहानूं डिस्टर्ब करेगी। सो जे तुसीं माया दे भेद नूं समझ गए फिर तो तुसीं माया नूं ओवरपावर कर लिया, नहीं तो माया ने तुहानूं ओवरपावर कर लिया। सो जे सानू विचार आंदे ने तो कसूर किदा है? कसूर किदा है? जे सानू पिक्चर देख के विचार नहीं आंदे ते पाठ कर ले, सानू मेडिटेशन ले विचार आंदे ने, तो देन वी हैव टू थिंक कि क्यों, इहदी काज की है। काज भी साडे अंदर ही है, ट्रीटमेंट भी साडे अंदर ही है, दवाई साडे अंदर ही है, किधरों बाहरों ते लैण नहीं जाना। एक्चुअली सब कुछ साडे अंदर, सब कुछ, क्योंकि वो आप साडे अंदर बैठे, आपे ने आप साजिया पीने रचे ना, दुई कुदरत साजिए कर आसन डिठो जा, अंदर ते वो आप बैठे। जी अंदर साडे आप ही बैठा है ते कंट्रोल तो सारा साडे अपने अंदर ही, बाहर ते नहीं हैगा। पर असी ढूंढदे बाहर। सब तो वड्डी गल एक ना, एक मतलब बड़ी मशहूर सूफी संत हुई है लेडी राबिया। एक मसाला ਹੁੰਦੀਆਂ ਨੇ ਇਨਸਾਨ ਨੂੰ ਦਿੱਤੀਆਂ ਜਾਂਦੀਆਂ ਨੇ ਉਹਨੂੰ ਸਿਖਾਉਣ ਵਾਸਤੇ ਕਿ ਸਾਡਾ ਮਨ ਕਿਸ ਤਰ੍ਹਾਂ ਕੰਮ ਕਰਦਾ। ਕਹਿੰਦੇ ਨੇ ਇੱਕ ਵਾਰੀ ਉਹ ਬਾਹਰ ਢੂੰਡ ਰਹੀ ਸੀ ਕੁਛ ਤੇ ਲੋਕਾਂ ਨੇ ਪੁੱਛਿਆ ਤੂੰ ਕੀ ਢੂੰਡ ਰਹੇ ਨੇ? ਕਹਿੰਦੀ ਹੈ ਸੂਈ। ਹੋਰ ਲੋਕ ਵੀ ਉਹਦੇ ਨਾਲ ਲੱਗ ਗਏ ਕਿ ਚਲੋ ਢੂੰਡ ਰਹੇ ਆ। ਉਹਨਾਂ ਨੇ ਪੁੱਛਿਆ ਸੂਈ ਤੇਰੀ ਗਵਾਚੀ ਕਿੱਥੇ ਵੇ? ਕਹਿੰਦੀ ਗਵਾਚੀ ਤੇ ਅੰਦਰ ਵੇ। ਤੇ ਉਹਨਾਂ ਨੇ ਕਿਹਾ ਕਿ ਜੇ ਗਵਾਚੀ ਅੰਦਰ ਤੇ ਬਾਹਰ ਕੀ ਢੂੰਡ ਰਹੀ ਹੈ? ਕਹਿੰਦੀ ਅੰਦਰ ਤੇ ਹਨੇਰਾ ਹੈ ਤੇ ਮੈਂ ਉੱਥੇ ਢੂੰਡ ਨਹੀਂ ਸਕਦੀ ਤੇ ਬਾਹਰ ਚਾਨਣ ਨੇ ਇੱਥੇ ਢੂੰਡਣੀ। ਇਹ ਐਕਚੁਅਲੀ ਸਾਡੀ ਮਿਸਾਲ ਹੈ ਕਿ ਉਹ ਤੇ ਸਾਡੇ ਅੰਦਰ ਬੈਠਾ ਹੋਇਆ, ਅਸੀਂ ਢੂੰਡ ਕਿੱਥੇ ਰਹੇ ਹਾਂ? ਬਾਹਰ ਢੂੰਡਣ ਦਾ ਮਤਲਬ ਇਹ ਹੈਗਾ ਕਿ ਅਸੀਂ ਉਸ ਯੁਕਤੀ ਨਾਲ ਗੁਰਬਾਣੀ ਨੂੰ ਨਹੀਂ ਕਰ ਰਹੇ
ਜਿਸ ਤਰ੍ਹਾਂ ਕਿ ਅਸੀਂ ਉਸ ਅਵਸਥਾ ਵਿੱਚ ਪਹੁੰਚ ਸਕੀਏ कि जिथे जाके सानू ये पता लग जाए कि सब कुछ घर में बाहर ना ही, बाहर तो सब हर, कि सब कुछ अंदर ही है। तो फिर वो फिर कहते ने एदा तरीका की है, वो बुल्ले ने जेड़ा क्या कि रब दा पाना इधरों पुटना इधर आना, तो इट्स वेरी डिफिकल्ट, बहुत मुश्किल है कि दुनिया वाला पुट के रब वाले पासे लगना, इस तो मुश्किल होर की गल हो सकती है। पर इलाज सिर्फ यही है, होर कोई इलाज ही नहीं। ये वे ना कि मनमुख काडे गुरमुख उबरे जिन्हें सच नाम चित लै। अखीर ये वे कि जे असी ओदे वल चित नहीं लगाया, हुण ये जिहड़ी चित लगाण वाली गल है, ये बड़ी बरीक है और इहदा एनालिसिस उस असी सब ने आपे आप कर। इहदा एनालिसिस कोई किसे नूं नहीं अप्लाई कर सकदा ते ना कोई किसे नूं मतलब गाइड कर सकदा, क्योंकि एक तो चीज है मन बड़ा जिद्दी है, चंचल है, हंकारी है। उन्होंने हमेशा ये हुंदा कि जो मैं कर रहा जिस तरह कर रहा ये ठीक है, छेती कह नहीं रहा। दूसरा है कि समझ आनी एडी सौखी नहीं। जिस तरह पिछलियां 2 वारां दे मेरे जेड़े लैक्चर सी वो यही सी कि ये सारियां स्टेट्स हैगियां ने, अवस्थावां ने अगे लंघण दियां, एक तो दूसरी, दूसरों तीसरी, कि एक एक स्टैप करके अगे जाना है। जे असी पहली पौड़ी तो अखीरली पौड़ी ते पैर रखां ते गिर जावां, ਜਾਂ फिर की हुंदा है कि असी कन्फ्यूज हो जाने। सो सब तो पहली गल हैगी वो तरीका सीखना, जिस तरह असी स्टैप वाइज चलीए ताकि उत्थे असी पहुंच सकीए। सो एंड विच ये कि मनमुख काडे गुरमुख उभरे जिन्नी सच नाम चितलाया। सो मेरा ख्याल है मैं ते काफी बोली भी हाँ, कई बारी ते मैनूं साह चढ़ जांदा हुंदा है, पर अज ते ज्यादा साह नहीं चढ़िया ते इन टाइम भी खत्म हो गया। सो बड़ा इंपॉर्टेंट सब्जेक्ट है, सारा साडे जीवन सारा मतलब है ही, सारी चीज ही है, साडी साधना ही सारी है कि माया विचों निकलना के। हुण ये नहीं कि सिर्फ माया जिहड़ी है दुनियावी, साडा कन्फ्यूजन भी माया ही है। भावें असीं पाठ बारे भी सोच रहे हैं, ਉਹਦੇ ਵਿੱਚ ਵੀ जेकर सानू तरीका नहीं आया वो भी माया ही है। सो माया दे ਜਿਹੜੇ ने रूप ने वो बड़े सटल ने, बड़े सूक्ष्म ने। ਉਹ ਸਾਨੂੰ ਜਿਹੜੀ ਵਿਵੇਕ ਬੁੱਧੀ ਪ੍ਰਮਾਤਮਾ ਨੇ ਦਿੱਤੀ ਹੈ, ਉਹ ਯੂਜ਼ ਕਰਕੇ ਅਸੀਂ ਉਹਨੂੰ ਮਤਲਬ ਇਸ ਤਰੀਕੇ ਨਾਲ ਉੱਥੇ ਲਿਆਣਾ ਹੈ ਤਾਂ ਕਿ ਅਸੀਂ ਰਸਤਾ ਜਿਹੜਾ ਹੈ ਉਹ ਸਾਨੂੰ ਪਤਾ ਹੋਵੇ, ਤਾਂ ਕਿ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕੀਏ। ਸੋ ਮੇਰਾ ਖਿਆਲ ਹੈ ਮੈਂ ਕਾਫੀ ਬੋਲ ਲਿਆ ਹੈਗਾ ਵੇ ਐਂਡ ਸੰਗਤਾਂ ਨੇ ਸੁਣ ਵੀ ਲਿਆ ਹੈ, ਪਰ ਮੇਰੇ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ। ਮੈਂ ਸੰਗਤ ਕੋਲੋਂ ਪਹਿਲਾਂ ਹੀ ਮਾਫੀ ਮੰਗ ਲਿਆ ਕਰਾਂ ਕਿ ਕਈ ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਮੈਂ ਇੰਨੀ ਮਾਹਿਰ ਤੇ ਨਹੀਂ ਗੁਰਬਾਣੀ ਦੇ ਵਿੱਚ ਹੈਗੀ। मैं तो सिर्फ ज्यादा सेंस ते मीनिंग ते ही जोर देनी है। सो जे गलतियां होनियां ते संगत अपने आप माफ उन्होंने करना ही पैगा, और कर भी की सकती है। सो हुण तुहाडे क्वेश्चन जरूर आने चाहिए ने, क्योंकि टॉपिक ही साडी जिंदगी दे नाल जुड़िया होया, सारी साडी साधना भी यही है, जीवन भी यही है। हाँ जी आंटी ਤੁਸੀਂ ਕਿਹਾ ਨਾ ਕਿ ਉਹਦੇ ਨਾਲ ਕਿ ਉਹਨੂੰ ਪਿੱਛੋਂ ਲਾਇਆ ਵੀ ਜਾ ਸਕਦਾ, ਸੋ ਇਜ਼ ਇਟ ਪਿੱਛੋਂ ਲਾਉਣ ਦਾ ਤਰੀਕਾ ਤੁਸੀਂ ਜਿਹੜਾ ਕਿਹਾ ਕਿ ਵਿਵੇਕ ਬੁੱਧੀ ਹੈ, ਕਿ ਉਹਦੇ ਨਾਲ ਕਿ ਇਜ਼ ਦੇयर ਐਨੀ ਅਦਰ ਵੇਜ਼ ਕਿ ਪਿੱਛੋਂ ਲਾਉਣ ਵਾਸਤੇ ਮਾਇਆ ਨੂੰ? माया नू हाँ बिल्कुल विवेक बुद्धि हुण ये वे कि विवेक बुद्धि असीं किस तरह यूज करने। हुण फॉर एग्जाम्पल मैं तुहानूं जिहड़ी अक्सर ही मैं गल करनी आ, और मेरे हिसाब नाल ते ओह ऑथेंटिक है, बाकी सब दा अपना अपना हिसाब हुंदा है। सब तो ऑथेंटिक गल ये है कि ਜਿਹੜਾ ਅਸੀਂ ਪਾਠ ਕਰਨੇ ਆ, ਜਿਹੜਾ ਅਸੀਂ ਕੀਰਤਨ ਸੁਣਨੇ ਆ, ਜੋ ਅਸੀਂ ਮਤਲਬ ਸਿਮਰਨ ਕਰਨੇ ਆ, ਗੁਰਬਾਣੀ ਦੇ ਵਿੱਚ ਇੱਕ ਵਿਚਾਰ ਅਸੀਂ ਛੱਡ ਦੇਣੀ ਹੈ ਕਿ ਕੀ ਚੰਗਾ, ਸਿਮਰਨ ਚੰਗਾ, ਪਾਠ ਚੰਗਾ, ਸਭ ਕੁਝ ਚੰਗਾ, ਸਭ ਕੁਝ ਜਿੱਤੇ ਵਿੱਚ ਤੁਹਾਡਾ ਮਨ ਲੱਗ। ਲੇਕਿਨ ਜੇ ਤੁਹਾਨੂੰ ਉਹਦਾ ਮੀਨਿੰਗ ਨਹੀਂ ਆਉਂਦਾ, ਜੇ ਉਹ ਸਿਰਫ ਮਤਲਬ ਮਕੈਨੀਕਲ ਹੈ, ਤੇ ਤੁਹਾਡੇ ਤੇ ਕੋਈ ਅਸਰ ਨਹੀਂ ਹੋਏਗਾ ਬਿਲਕੁਲ। ਤੁਸੀਂ ਵਿਵੇਕ ਬੁੱਧੀ ਤੇ ਇਹ ਹੈ ਕਿ ਉਹ ਵਿਵੇਕ ਬੁੱਧੀ ਦੇ ਨਾਲ ਉਹਨੂੰ ਸਮਝਣਾ ਹੀ ਵਿਵੇਕ ਬੁੱਧੀ ਹੈਗੀ। ਹੁਣ ਇਹ ਕਿ ਪਹਿਲਾਂ ਤੇ ਮਨ ਨੂੰ ਤੁਸੀਂ ਵਿਨਵਰ ਕਰਕੇ ਵਿਵੇਕ ਬੁੱਧੀ ਤੇ ਪਹੁੰਚੋ, ਕਿਉਂਕਿ ਮਨ ਤੇ ਪਹਿਲਾਂ ਆਪਣੇ
ਮਨ ਦੀ ਬੜੀ ਆਰਡੀਨਰੀ ਅਕਲ ਹੈ, ਲੇਕਿਨ ਜਦੋਂ ਉਹ ਮਨ ਡਿਵੈਲਪ ਕਰਦਾ ਕਰਦਾ ਬੁੱਧੀ ਤੱਕ ਪਹੁੰਚਦਾ ਹੈ, ਉਹ ਬੁੱਧੀ ਵਿਵੇਕ ਹੋ ਜਾਂਦੀ ਹੈ, ਫਿਰ ਉਹ ਮਨ ਨੂੰ ਪਿੱਛੇ ਲਗਾ ਲੈਂਦੀ। ਜਦੋਂ ਮਨ ਨੂੰ ਪਿੱਛੇ ਲਗਾ ਲੈਂਦੀ ਹੈ, ਫਿਰ ਉਹਨੂੰ ਸਮਝ ਲੱਗਦੀ ਹੈ ਕਿ ਮਾਇਆ ਕੀ ਹੈ। ਨਹੀਂ ਤੇ ਮਨ ਜਿਹੜਾ ਉਹ ਮਾਇਆ ਨੂੰ ਸਮਝਣ ਨਹੀਂ ਦਿੰਦਾ। ਸੋ ਉਹਦੇ ਵਿੱਚ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਉਹ ਇਹ ਵੇ ਕਿ ਮੈਂ ਇੱਕ ਵੀ ਤੁਕ ਬੋਲਾਂ, ਇੱਕ ਵੀ, ਉਹਦੇ ਨਾਲ ਜਿੰਨਾ ਚਿਰ ਉਹਦਾ ਮੀਨਿੰਗ ਮੈਨੂੰ ਨਹੀਂ ਆਇਆ, ਮੈਂ ਜੁੜੀ, ਸਮਝੋ ਮੈਂ ਕੁਝ ਕੀਤਾ ਹੈ। ਸੋ ਜੇ ਜੋ ਵੀ ਅਸੀਂ ਕਹੀਏ ਉਹ ਇੱਕ ਤੁਕ ਦੇ ਨਾਲ ਉਹਦੀ ਪੂਰੀ ਵਿਆਖਿਆ ਸਾਡੇ ਅੰਦਰ ਜਾਣੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਤੇ ਇਹ, ਕਿਉਂਕਿ ਮੈਂ ਤੇ ਇਸੇ ਪ੍ਰੈਕਟਿਸ ਨਾਲ ਹੀ ਮੈਨੂੰ ਸਮਝ ਆਈ ਹੈ। ਉਹਦਾ ਫਿਰ ਇਹ ਫਾਇਦਾ ਹੋਇਆ ਕਿ ਅੱਗੋਂ ਲੈ ਕੇ ਫਿਰ ਕਦੇ ਮਕੈਨੀਕਲ ਨਹੀਂ ਹੋਇਆ। ਫਿਰ ਆਦਤ ਇੱਕ ਪੈ ਗਈ ਕਿ ਜੋ ਵੀ ਪੜ੍ਹਨਾ ਹੈ ਉਹਦੇ ਨਾਲ ਉਹਦਾ ਮੀਨਿੰਗ ਜਿਹੜਾ ਉਹਦੇ ਨਾਲ ਨਾਲ ਆਉਣਾ ਚਾਹੀਦਾ। ਇਹ ਨਹੀਂ ਕਿ ਬਈ ਮੈਂ ਜਿਹੜਾ ਹੈਗਾ ਬਾਣੀ ਹੋਰ ਪੜ੍ਹ ਰਹੀ ਹਾਂ, ਮੀਨਿੰਗ ਹੋਰ ਕਰ ਰਹੀ ਹਾਂ, ਉਸ ਨਾਲ ਹੀ ਜਿਵੇਂ ਤੁਸੀਂ ਮਤਲਬ ਕੋਈ ਵੀ ਤੁਸੀਂ ਸੈਂਟੈਂਸ ਲੈ ਲਓ ਕਿ ਸੋਚੇ ਸੋਚਣਾ ਹੋਵੇ, ਜੇ ਸੋਚੇ, ਮਤਲਬ ਇਹਦੇ ਤੋਂ ਸੋਚ ਤੇ ਤੁਹਾਡਾ ਧਿਆਨ ਸਾਰਾ ਕਿਸ ਤਰ੍ਹਾਂ ਸੋਚ, ਕੀ ਸੋਚ ਕੇ। ਹੁਣ ਇਹ ਨਹੀਂ ਕਿ ਤੁਸੀਂ ਸੋਚ ਕਹਿ ਕੇ ਤੇ ਤੁਸੀਂ ਮਤਲਬ ਧਿਆਨ ਤੁਹਾਡਾ ਹੋਰ ਕਿਧਰੇ ਚਲਾ ਗਿਆ ਜਾਂ ਕਿਧਰੇ ਹੋਰ, ਮਤਲਬ ਉਸ ਤੁਕ ਦੀ ਵਿਆਖਿਆ ਤੁਹਾਡੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਕ ਤੁਸੀਂ ਬੋਲ ਰਹੇ ਹੋ। ਹੁਣ ਮਤਲਬ ਇਹ ਕਈ ਵਾਰੀ ਅਸੀਂ ਸਿਮਰਨ ਸੁਣਨੇ ਆ ਨਾ, ਉਹ ਚ ਇੱਕ ਦੋ ਤੁਕਾਂ ਹੀ ਹੁੰਦੀਆਂ, ਇੱਕ ਦੋ ਤੁਕਾਂ ਇੰਨੀਆਂ ਇਫੈਕਟਿਵ ਹੁੰਦੀਆਂ ਨੇ, ਉਹ ਸਾਨੂੰ ਮਤਲਬ ਇੰਨਾ ਚੇਂਜ ਕਰ ਦਿੰਦੀਆਂ ਨੇ ਕਿ ਵੀ ਬਿਕਮ ਦੈਟ ਓਨਲੀ। ਸੋ ਉਹ ਵੇ ਕਿ ਉਹਦਾ ਸਾਡੇ ਤੇ ਅਸਰ ਤਾਂ ਹੀ ਹੋਏਗਾ ਜੇ ਅਸੀਂ ਉਹਦੇ ਇੱਕ ਇੱਕ ਸ਼ਬਦ ਦੇ ਨਾਲ ਜੁੜਾਂਗੇ, ਨਹੀਂ ਤੇ ਨਹੀਂ। ਸੋ ਐਮ ਆਈ ਕਲੀਅਰ? ਠੀਕ। ਹੋਰ ਕੋਈ? ਕੋਈ ਸਵਾਲ ਨਹੀਂ ਹੈਗਾ ਕਿਸੇ ਦਾ ਵੀ? ਸੰਜੀਵਾ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਮੇਰੇ ਦਿਮਾਗ 'ਚ ਆਪਾਂ ਆਨੰਦ ਸਾਹਿਬ 'ਚ ਮੇਰਾ ਖਿਆਲ ਆਉਂਦਾ ਹੈ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੈ, ਹੈ ਨਾ। ਇਹਦੇ ਤੇ ਥੋੜਾ ਜੇ ਇਹਨੂੰ ਐਕਸਪਲੇਨ ਕਰੋ। ਕਈ ਵਾਰੀ ਅਕਸਰ ਆਪਾਂ ਕਹਿੰਦੇ ਨੇ ਨਾ, ਜਿਵੇਂ ਅਸੀਂ ਕਿਤੇ ਚੱਲੇ ਹੋਈਏ ਗੁਰਦੁਆਰੇ ਤੇ ਕੋਈ ਆ ਜਾਂਦਾ ਹੈ ਜਾਂ ਮਤਲਬ ਕੋਈ ਵਿਘਨ ਪੈ ਜਾਂਦਾ, ਜਾ ਨਹੀਂ ਸਕਦੇ, ਤੇ ਅਕਸਰ ਕਹਿ ਦਿੰਦੇ ਕਿ ਮਾਇਆ ਪੈ ਗਈ ਜਾਂ ਕਲਯੁਗ ਆ ਗਿਆ। ਤੋ ਥੋੜਾ ਜਿਹਾ ਇਸ ਬਾਰੇ ਕਲੀਅਰ ਕਰੋਗੇ? ਹਾਂ ਠੀਕ ਹੈ। ਸੋ ਇਹ ਮਾਇਆ ਨਹੀਂ, ਜੇ ਕੋਈ ਆ ਗਿਆ ਤੁਹਾਨੂੰ ਨਹੀਂ ਜਾਣ, ਇਹ ਮਾਇਆ ਨਹੀਂ। ਮਾਇਆ ਕੀ ਹੈ? ਤੁਸੀਂ ਆਪਣੇ ਜੀਵਨ ਵਿੱਚ ਜੋ ਕਰ ਰਹੇ ਹੋ ਕਿ ਉਹਦੇ ਵਿੱਚ ਤੁਸੀਂ ਉਹਦੀ ਪ੍ਰੈਜ਼ੈਂਸ ਸਮਝਦੇ ਹੋ ਕਿ ਹਰ ਕੰਮ ਵਿੱਚ ਉਹਦੀ ਪ੍ਰੈਜ਼ੈਂਸ, ਉਹਦੇ ਤੋਂ ਬਿਨਾਂ ਤਾਂ ਮੈਂ ਸਾਹ ਵੀ ਨਹੀਂ ਲੈ ਸਕਦਾ। ਰਾਤ ਨੂੰ ਮੈਂ ਸੁੱਤਾ ਸੌਣ ਲੱਗੇ ਮੈਨੂੰ ਪਤਾ ਕਿ ਸਾਹ ਕੌਣ ਦਵਾ ਰਿਹਾ, ਸਾਹ ਵੀ ਉਹ ਦਵਾ ਰਿਹਾ। ਰਾਤ ਨੂੰ ਸੌਣ ਲੱਗਿਆ ਮੈਨੂੰ ਇਹ ਕੌਨਸ਼ੀਅਸ ਰਹਾਂ ਕਿ ਇਹ ਮੈਂ ਜਿਹੜਾ ਹੁਣ ਰਾਤ ਨੂੰ ਸੁਪਨੇ ਵੀ ਦੇਖੇਗਾ ਉਹ ਵੀ ਦੇਖੇਗਾ, ਨੀਂਦ ਜਿਹੜੀ ਹੈ ਉਹ ਵੀ ਲਿਆਏਗਾ। ਹੁਣ ਸਵੇਰੇ ਮੈਂ ਉੱਠਿਆ, ਸਵੇਰੇ ਉੱਠ ਕੇ ਮੈਂ ਇਹ ਯਾਦ ਕੀਤਾ ਕਿ ਹੁਣ ਪਰਮਾਤਮਾ ਮੇਰੇ ਕੋਲੋਂ ਜੋ ਵੀ ਕਰਾਏ ਉਹ ਠੀਕ ਕਰਾਏ, ਮੇਰੇ ਵਿਚਾਰ, ਮੇਰੀ ਬੋਲੀ, ਮੇਰਾ ਐਕਸ਼ਨ ਸਾਰਾ ਠੀਕ ਰਹੇ। ਕੰਮ ਕਰਦਿਆਂ ਗ੍ਰੈਟੀਟਿਊਡ ਸਭ ਤੋਂ ਵੱਡੀ ਜਿਹੜੀ ਸਾਧਨਾ ਉਹ ਗ੍ਰੈਟੀਟਿਊਡ। ਭਲੇ ਮੈਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ। ਮੈਂ ਦਫ਼ਤਰ ਵਿੱਚ ਬੈਠਿਆ ਵੀ ਸੋਚਿਆ, ਪਰਮਾਤਮਾ ਤੂੰ ਮੈਨੂੰ ਇੰਨੀ ਅੱਛੀ ਨੌਕਰੀ ਦਿੱਤੀ ਹੈ ਤੇ ਮੈਂ ਇੱਜ਼ਤ ਦੇ ਨਾਲ ਜ਼ਿੰਦਗੀ ਕੱਟ ਰਿਹਾ, ਇੰਨਾ ਬਸ। ਭਲੇ ਇੱਕ ਤੁਹਾਡੀ ਪ੍ਰੈਜ਼ੈਂਸ ਜਿਹੜੀ ਹੈ ਨਾ ਉਹਦੀ, ਪਰਮਾਤਮਾ ਦੀ, ਉਹ ਤੁਹਾਡੇ ਨਾਲ ਰਹਿਣੀ ਚਾਹੀਦੀ ਹੈ। ਬਾਕੀ ਤੁਸੀਂ ਮੈਂ ਤੇ ਹੁਣੇ ਹੀ ਕਹਿ ਰਹੀ ਹਾਂ, ਛੋਟੀਆਂ ਛੋਟੀਆਂ ਗੱਲਾਂ ਤੋਂ ਸਭ ਉੱਠ ਜਾਓ ਕਿ ਮੈਂ ਜਾ ਨਹੀਂ ਸਕੀ ਜਾਂ ਕੁਝ, ਇਹ ਕੋਈ ਪਾਪ ਨਹੀਂ, ਬਿਲਕੁਲ ਨਹੀਂ। ਤੁਸੀਂ 8 ਦਿਨ ਵੀ ਨਾ ਪਾਠ ਕਰੋ, ਕੋਈ ਗੱਲ ਨਹੀਂ। ਮਤਲਬ ਕੋਈ ਮਜਬੂਰੀ ਇਸ ਤਰ੍ਹਾਂ ਦੀ ਹੋ ਗਈ ਹੈ, ਉਹ ਵੀ ਤੁਹਾਡਾ ਧਰਮ। ਮੈਂ ਤੇ ਉਹਨੂੰ ਹੁਣੇ ਦੱਸਿਆ ਨਾ ਕਿ ਜ਼ਿੰਦਗੀ ਨੂੰ ਤੁਸੀਂ ਅਧਿਆਤਮਿਕ ਤਰੀਕੇ ਨਾਲ ਚਲਾਉਣਾ ਹੀ ਜਿਹੜਾ ਹੈਗਾ ਵੇ ਉਹ ਸਾਡਾ ਧਰਮ। ਇੱਕ ਬੱਚੇ ਨੂੰ ਅੱਛੀ ਤਰ੍ਹਾਂ ਪਾਲਣਾ, ਭਾਵੇਂ ਅਸੀਂ ਪਾਠ ਨਾ ਕਰ ਸਕੇ, ਪਰ ਬੱਚੇ ਨੂੰ ਅੱਛੀ ਤਰ੍ਹਾਂ ਪਾਲਣਾ ਮੇਰਾ ਪਹਿਲਾ ਧਰਮ। ਮੈਂ ਦਫ਼ਤਰ ਵਿੱਚ ਗਈ ਹਾਂ, ਉੱਥੇ ਧਿਆਨ ਨਾਲ, ਪੂਰੇ ਧਿਆਨ ਨਾਲ ਕੰਮ ਕਰਨਾ, ਆਪਣੇ ਬੌਸ ਨੂੰ ਪੂਰਾ ਉਹਦਾ ਲਾਭ ਦੇਣਾ, ਇਹ ਮੇਰਾ ਧਰਮ। ਬਾਕੀ ਇਹ ਹੈ ਕਿ ਇਹ ਤੇ ਨਹੀਂ ਮੈਂ ਹਰ ਵੇਲੇ ਵਾਹਿਗੁਰੂ 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 ਕਰਦਾ ਰਹਾਂ। ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਵੀ ਹੋ ਸਕਦਾ ਮੈਂ ਨਾਲ ਜੁੜਾਂ, ਔਰ ਹੋ ਸਕਦਾ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਬਿਨਾਂ ਵੀ ਮੈਂ ਉਹਦੇ ਨਾਲ ਜੁੜਿਆ। ਕਿ ਮੈਨੂੰ ਇਹ ਹੌਲੀ ਹੌਲੀ ਉਹਦੀ ਪ੍ਰੈਜ਼ੈਂਸ ਜਿਹੜੀ ਹੈ ਨਾ ਉਹ ਵੱਧਦੀ ਜਾਂਦੀ ਹੈ।
ਜਿਹੜੀ ਕਿ ਮੈਂ, ਕਿਉਂਕਿ ਸਾਡਾ ਐਕਚੁਅਲੀ ਜਿਹੜਾ ਮੇਰਾ ਟੌਪਿਕ ਉਹ ਇਹੀ ਹੈ ਕਿ ਉਹਦੀ ਪ੍ਰੈਜ਼ੈਂਸ ਅੰਦਰ ਬਾਹਰ ਦੋਨਾਂ 'ਚ ਮਹਿਸੂਸ ਹੋਵੇ। ਉਹ ਫਿਰ ਜਿਹੜਾ ਹੈ ਨਾ, ਉਹ ਫਿਰ ਤੁਹਾਨੂੰ ਮਾਇਆ ਦੇ ਵਿੱਚ ਜਾਣ ਨਹੀਂ ਦਿੰਦੇ। ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸਭ ਤੋਂ ਉੱਠ ਜਾਣਾ। ਅੱਜ ਮੈਂ ਪਾਠ ਨਹੀਂ ਕੀਤਾ, ਅੱਜ ਮੈਂ ਸਵੇਰੇ ਨਹੀਂ ਉੱਠਿਆ, ਅੱਜ ਮੇਰੇ ਮਹਿਮਾਨ ਆ ਗਏ, ਕੋਈ ਪ੍ਰੋਬਲਮ ਹੀ ਨਹੀਂ। ਪਰ ਤੁਹਾਡੇ ਅੰਦਰ ਤੇ ਉਹ ਭਾਵ, ਇੱਕ ਭਾਵ ਜਿਹੜਾ ਨਾ, ਭਾਵ ਹੀ ਤੁਹਾਡਾ ਅਨੁਭਵ। ਅਨੁਭਵ ਮੀਨਸ ਐਕਸਪੀਰੀਅੰਸ। then you start experience that thing ਕਿ ਵੀ ਉਹਦੀ ਪ੍ਰੈਜ਼ੈਂਸ ਨਾਲ ਹੀ ਸਭ ਕੁਝ ਹੋ ਰਿਹਾ, ਉਹੀ ਸਭ ਕੁਝ ਕਰ ਰਿਹਾ, ਮੈਂ ਤਾਂ ਕੁਝ ਕਰ ਵੀ ਨਹੀਂ ਰਿਹਾ। ਹੁਣ ਅੱਜ ਉਹਨੇ ਮੈਨੂੰ ਬਿਮਾਰ ਕੀਤਾ, ਅੱਜ ਮੈਂ ਪਾਠ ਵੀ ਨਹੀਂ ਕਰ ਰਿਹਾ, ਫਿਰ ਕੀ ਹੈ, ਉਹਨੇ ਕੀਤਾ ਬਿਮਾਰ। ਜਿੱਦਣ ਤੁਹਾਡੇ ਸਰੀਰ ਦੇ ਵਿੱਚ ਕੋਈ ਤਕਲੀਫ ਹੋਏਗੀ, ਤੁਸੀਂ ਪਾਠ ਕਰ ਹੀ ਨਹੀਂ ਸਕੋਗੇ। ਬਿਲਕੁਲ 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 ਠੀਕ ਹੈ, ਰੀਜ਼ਨੇਬਲ। ਸੋ ਵਿਵੇਕ ਬੁੱਧੀ ਕੀ ਹੈ? ਵਿਵੇਕ ਬੁੱਧੀ ਹੈ ਕਿ ਤੁਸੀਂ ਜੋ ਕਰਦੇ ਹੋ ਦੇਖੋ ਕਿ ਠੀਕ ਹੈ, ਪਰ ਹੌਲੀ ਹੌਲੀ ਇਹ ਬੁੱਧੀ ਡਿਵੈਲਪ ਹੋ ਜਾਂਦੀ। ਸੋ ਡਿਵੈਲਪ ਹੁੰਦੀ ਤਾਂ ਹੀ ਹੈ ਜੇਕਰ ਤੁਸੀਂ ਪਾਠ ਨੂੰ ਗਹਿਰਾਈ ਦੇ ਵਿੱਚ ਸਮਝ ਕੇ, ਸੋਚ ਕੇ, ਜਾਣ ਕੇ ਉਹਨੂੰ ਆਪਣਾ ਜੀਵਨ ਬਣਾਇਆ। ਸੋ ਐਮ ਆਈ ਕਲੀਅਰ? ਹਾਂਜੀ ਭੈਣ ਜੀ, ਬਹੁਤ ਸੋਹਣਾ ਕਲੀਅਰ ਕਰਤਾ, ਥੈਂਕ ਯੂ ਸੋ ਛੋਟੀਆਂ ਮਚ। ਛੋਟੀਆਂ ਸਭ ਚੀਜ਼ਾਂ ਤੋਂ ਉੱਤੇ ਉੱਠ ਜਾਣ, ਸਭ ਚੀਜ਼ਾਂ ਤੋਂ ਉੱਤੇ ਉੱਠ ਜਾਣ। ਮੈਂ ਕੀ ਪਾਠ ਕੀਤਾ, ਮੈਂ ਕੀ ਸਿਮਰਨ ਕੀਤਾ ਹੈ, ਠੀਕ ਹੈ ਕਿ ਗਲਤ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਹੈ ਕਿ ਸਿਮਰਨ ਕਰਨਾ, ਕਿ ਸਭ ਕੁਝ ਠੀਕ ਹੈ, ਕੁਝ ਵੀ ਗਲਤ ਨਹੀਂ। ਔਰ ਕੁਝ ਵੀ ਨਾ ਕਰੋ, ਸਿਰਫ ਉਹਨੂੰ ਯਾਦ ਰੱਖੋ ਕਿ ਤੂੰ ਹੀ ਤੂੰ ਹੈ, ਹੋਰ ਤਾਂ ਕੁਝ ਹੈ ਹੀ ਨਹੀਂ। ਮੈਂ ਜੀ ਰਿਹਾ ਵਾਂ, ਸਾਹ ਲੈ ਰਿਹਾ ਵਾਂ, ਕੰਮ ਕਰ ਰਿਹਾ ਵਾਂ, ਇਹ ਤੂੰ ਹੀ ਹੈ। ਜਿੱਥੇ ਵੀ ਤੂੰ ਹੀ ਹੈ, ਤੇਰੇ ਤੋਂ ਬਿਨਾਂ ਤੇ ਮੈਂ ਚੱਲ ਹੀ, ਤੂੰ ਹੀ ਹੈ, ਮੈਂ ਤੇ ਹਾਂ ਹੀ ਨਹੀਂ। जिद्दन ही होएगा ना भी तू कर रहा, तू मुझ में रहा ना हूं, जब आपा पार क्या मिट गया तब देखा तब। कबीर ना हम किया ना करेंगे, ना कर सके शरीर, ना जाने किछ हर किया पयो कबीर। कबीर ਜਦੋਂ ਇਹ ਭਾਵ ਬਣ ਜਾਏਗਾ ਕਿ ਮੈਂ ਹਾਂ ਹੀ ਨਹੀਂ, ਉਹ ਹੀ ਹੈ, ਤੇ ਫਿਰ ਕੀ ਹੈ, ਤੁਹਾਨੂੰ ਨਾ ਤੇ ਗਿਲਟ ਹੋਏਗਾ। ਦੈਟ ਇਜ਼ ਕਾਲਡ ਵਿਵੇਕ ਬੁੱਧੀ। ਰਾਈਟ ਐਂਡ ਰੋਂਗ ਦੀ ਜਿਹੜੀ ਪਹਿਚਾਨ ਹੈ ਉਹ ਵਿਵੇਕ ਬੁੱਧੀ ਹੈਗੀ ਹੈ। ਪਰ ਇਹ ਨਹੀਂ ਹੈਗਾ ਕਿ ਵੀ ਮੈਂ ਕਿੰਨਾ ਪਾਠ ਕੀਤਾ ਹੈ, ਕਿੰਨਾ ਮੇਰੇ ਅੰਦਰ ਉਹ ਜਿਹੜਾ ਐਕਸਪੀਰੀਅੰਸ ਦਾ ਭਾਵ ਹੈ ਉਹ ਕਿੰਨਾ ਆਇਆ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਉੱਠ ਕੇ ਹੁਣ ਤੁਸੀਂ ਮਤਲਬ ਇਹ ਜਿਹੜਾ ਹੈ ਕਿ ਉਹ ਵੱਡੀਆਂ ਗੱਲਾਂ ਵੱਲ ਜਾਣਾ ਕਿ ਨਹੀਂ, ਇਹਨਾਂ ਚੀਜ਼ਾਂ ਦੀ ਮੈਂ ਕੋਈ ਪਰਵਾਹ ਨਹੀਂ ਕਰਨੀ। ਡਿਊਟੀ ਮੇਰੀ ਡਿਊਟੀ ਵੀ ਧਰਮ, ਡਿਊਟੀ ਸਭ ਤੋਂ ਵੱਡਾ ਧਰਮ। ਜੇ ਅਸੀਂ ਡਿਊਟੀ ਨਹੀਂ ਕਰ ਰਹੇ, ਦੇਖੋ ਐਸੇ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਰਿਜੈਕਟ ਕੀਤਾ ਸੀ ਇਹ ਜਿਹੜਾ ਸੀ ਘਰ ਛੱਡਣਾ, ਸੰਨਿਆਸਵਾਦ। ਤੇ ਤੁਸੀਂ ਡਿਊਟੀ ਨੂੰ ਅਵੋਇਡ ਕਰ ਰਹੇ, ਇਹ ਤੇ ਤੁਹਾਡਾ ਧਰਮ ਹੈ। ਜਿਹੜੀ ਉਹਨਾਂ ਦੀ ਸੀ ਨਾ ਆਪਣਾ ਇਹ ਨਾਥਾਂ ਦੇ ਨਾਲ ਸਾਰੀ ਜਿਹੜੀ ਇਹ ਕੀ ਹੈਗਾ, ਇਹਦਾ ਨਾਂ ਕੀ ਹੈ, ਕਿਹੜੀ ਬਾਣੀ ਹੈ? ਸਿੱਧ ਗੋਸ਼ਟ। ਸਿੱਧ ਗੋਸ਼ਟ। ਤਾਂ ਸਿੱਧ ਗੋਸ਼ਟ ਵਿੱਚ ਉਹਨਾਂ ਨੂੰ ਸਾਰਾ ਇਹ ਸਮਝਾਇਆ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਇੱਜ਼ਤ ਹੀ ਬੜੀ ਕੀਤੀ ਕਿ ਤੁਸੀਂ ਇੰਨੇ ਪਹੁੰਚੇ ਹੋਏ ਹੋ, ਘਰ-ਬਾਰ ਛੱਡ ਕੇ ਇੰਨੀ ਤਪੱਸਿਆ ਕਰ ਰਹੇ ਹੋ ਪਰਮਾਤਮਾ ਵਾਸਤੇ, ਤੁਸੀਂ ਤਾਂ ਬਹੁਤ ਉੱਚੇ ਪਹੁੰਚੇ ਹੋ। ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵਾਂ ਕਿ ਤੁਸੀਂ ਇੰਨੇ ਸਿਆਣੇ ਲੋਕ ਹੋ ਨਾ, ਦੁਨੀਆ ਵਿੱਚ ਜਾਓ, ਦੁਨੀਆ ਨੂੰ ਜਾ ਕੇ ਦੱਸੋ ਔਰ ਦੁਨੀਆ ਨੂੰ ਠੀਕ ਰਸਤੇ ਪਾਓ। ਤੁਹਾਨੂੰ ਤੇ ਬੜਾ ਕੁਝ ਆਉਂਦਾ ਹੈਗਾ, ਸਿਰਫ ਓਨਲੀ ਥਿੰਗ ਹੈ ਕਿ ਤੁਹਾਨੂੰ ਜਿਹੜਾ ਰਸਤਾ ਹੈ ਉਹ ਥੋੜਾ ਜਿਹਾ ਬਦਲ ਲਓ। ਤੁਹਾਡੀ ਮਿਹਨਤ ਤੇ ਮੈਂ ਬੜੀ ਐਪਰੀਸ਼ੀਏਟ ਕਰਨਾ। ਸੋ ਦਿਸ ਇਜ਼ ਕਾਲ ਕਿ ਇਹਨੂੰ ਕਿਹਾ ਗਿਆ ਕਿ ਵਿਵੇਕ ਬੁੱਧੀ, ਕਿ ਜਿੱਥੇ ਤੁਸੀਂ ਇਹ ਨਹੀਂ ਕਿ ਮੇਰੀ ਮਿਹਨਤ ਹੀ ਕਰੀ ਜਾਣਾ, ਇਹ ਨਹੀਂ ਕਿ ਘਰ ਛੱਡੀ ਜਾਣਾ, ਇਹ ਨਹੀਂ ਡਿਊਟੀਆਂ ਛੱਡੀ ਜਾਣਾ। ਡਿਊਟੀ ਤੇ ਕੋਈ ਛੱਡਣੀ ਨਹੀਂ, ਡਿਊਟੀ ਤੇ ਤੁਹਾਡਾ ਸਭ ਤੋਂ ਵੱਡਾ ਧਰਮ ਹੈ। ਹਾਂ ਇੰਦਰਜੀਤ ਅਜਮਾਨੀ ਜੀ, ਤੁਸੀਂ ਅੱਜ ਕੋਈ ਸਵਾਲ ਕਰ ਰਹੇ? ਹਾਂਜੀ, ਹੋਰ ਕੋਈ? ਡੋਲੀ ਜੀ। नहीं भैन जी, बहुत सोहना हो गया। क्वेश्चंस भी बहुत अच्छे सीगे ते तुसी बहुत सोहनी तरह एक्सप्लेन करता। सो स्पेशली जेड़ा यस असी मतलब सिमरन या पाठ सब कुछ वही है जिथे ओदी याद बनी रहे। बिल्कुल याद बनी रहे। जिथे माया होवे, जदों जो भी चीज सानू ओदी याद भुला देंदी है, बिल्कुल जेडी याद एनीथिंग, भावें बच्चे होन, भावें सुंदरता होए साडी, भावें तैयार होना होए, भावें कपड़े होन, कोई भी चीज, जो भी चीज सानू रब नू भुला देंदी ओ माया है। बिल्कुल पर बिल्कुल तुहाडी गल ठीक है कि जो अपने फर्ज करने ने, क्योंकि जो फर्ज करने ने वो भी ओदा ही रूप है।
ਨਹੀਂ ਉਹਨੇ ਫਰਜ਼ ਇਸ ਬਣਾਏ ਨੇ ਨਾ ਸਾਥ ਜੋ ਸਾਡੇ। ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਉਹ ਵੀ ਰੱਬ ਹੀ ਹੈਗਾ, ਕਿਸੇ ਰੂਪ ਵਿੱਚ ਤੁਹਾਡੇ ਕੋਲ ਹੈਗਾ, ਬੱਚੇ ਦੇ ਰੂਪ ਚ, ਗ੍ਰੈਂਡਸਨ ਦੇ ਰੂਪ ਚ, ਕਿਸੇ ਵੀ ਰੂਪ ਵਿੱਚ ਹੈਗਾ। ਸੋ ਬਹੁਤ ਸੋਹਣਾ ਆਪ ਜੀ ਨੇ ਸਮਝਾਇਆ। ਸੋ ਬਹਿਨ ਜੀ, ਆਈ ਡੋਂਟ ਹੈਵ ਐਨੀਥਿੰਗ ਐਲਸ ਟੂ ਐਡ। ਹਾਂਜੀ ਹੋਰ ਫਿਰ ਜੇ ਕੋਈ ਨਹੀਂ ਸਵਾਲ, ਵੈਸੇ ਇਹ ਟੌਪਿਕ ਬੜਾ ਇੰਪੋਰਟੈਂਟ ਸੀ ਕਿਉਂਕਿ ਇਹ ਤੇ ਬੜਾ ਭੁਲੇਖਾ ਪੈਂਦਾ ਹੈਗਾ ਜਦੋਂ ਅਸੀਂ ਪਾਠ ਵੀ ਕਰਨੇ ਆ, ਜਦ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਉਹਦੇ ਨਾਲ ਗਹਿਰਾਈ ਨਾਲ ਜੁੜੀਏ ਕਿਵੇਂ। ਤਾਂ ਕੁਝ ਜਦੋਂ ਕਲੈਰਿਟੀਜ਼ ਹੋ ਜਾਂਦੀਆਂ ਨੇ ਤੇ ਫਿਰ ਕੀ ਹੁੰਦਾ ਹੈ ਕਿ ਫਿਰ ਜਰਾ ਆਸਾਨ ਹੋ ਜਾਂਦਾ ਰਸਤਾ, ਕਿਉਂਕਿ ਜੇ ਰਸਤੇ ਤਾਂ ਸਾਨੂੰ ਪਤਾ ਹੈ ਤੇ ਫਿਰ ਅਸੀਂ ਸਿੱਧੇ ਚੱਲ ਪੈਂਦੇ ਹਾਂ। ਨਹੀਂ ਤੇ ਕੀ ਹੁੰਦਾ ਹੈ ਕਿ ਅਸੀਂ ਬਾਰ-ਬਾਰ ਮੁੜ ਕੇ ਰਸਤਾ ਭੁੱਲ ਜਾਂਦੇ ਹਾਂ। ਸੋ ਜੇ ਹੁਣ ਕਿਸੇ ਦਾ ਹੋਰ ਕੋਈ ਸਵਾਲ ਨਹੀਂ ਤੇ ਫਿਰ ਅਸੀਂ ਮੇਰਾ ਹਰੇ ਕਲੋਜ਼ ਕਰ ਸਕਦੇ ਹਾਂ। ਔਰ ਫਿਰ ਮੈਂ ਸੰਗਤ ਕੋਲੋਂ ਇੱਕ ਵਾਰ ਫਿਰ ਖਿਮਾ ਵੀ ਮੰਗ ਲਾਂਗੀ ਕਿ ਮੇਰੇ ਕੋਲੋਂ ਮਤਲਬ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਨੇ। ਵੈਸੇ ਕੋਈ ਅਸੀਂ ਬਿਲਕੁਲ ਪਰਫੈਕਟ ਕਦੀ ਹੋ ਨਹੀਂ ਸਕਦੇ, ਗਲਤੀਆਂ ਤੇ ਹੁੰਦੀਆਂ ਨੇ, ਬਟ ਇਟਸ ਨੈਚੁਰਲ। ਮੈਂ ਉਹਨੂੰ ਕੋਈ ਇੰਨਾ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੀ, ਗਲਤੀਆਂ ਤੇ ਹੁੰਦੀਆਂ ਨੇ, ਪਰ ਤੁਹਾਡੀ ਇੰਟੈਂਸ਼ਨ ਕੀ ਹੈ, ਦੈਟ ਇਜ਼ ਦਾ ਮੇਨ ਥਿੰਗ। ਛੋਟੀਆਂ ਚੀਜ਼ਾਂ ਤੇ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਆਪਣਾ। So ठीक है, ਤੁਹਾਡੀ इंटेंशन की है मेन चीज के what is your intention in life, that is the main thing। तो ठीक है, सब ने बड़े ध्यान नाल सुनिया, सब ਦਾ बड़ा ਧੰਨਵਾਦ है। जे मुझे होर कोई है सवाल दसो। वैसे सवाल तो ਇਹਦੇ ਤੇ ਆਣੇ ਚਾਹੀਦੇ ਸੀ, से very relevant topic to life and very relevant to ਸਾਡੀ ਮਤਲਬ ਜਿਹੜੀ ਪ੍ਰੈਕਟਿਸ ਸਾਧਨਾ ਹੈ ਉਹਦੇ ਵਾਸਤੇ ਇਹ ਬੜਾ relevant है। सॉरी बहन जी, मैं इधर जितना मिस कर गई थोड़ा जा, सो आई एम वेरी सॉरी। मैं आवाज सुननी, मैं सुन रही थी, वैसे हम सॉरी। हाँ जी, हाँ जी। टॉपिक लाइक यू सेड, टॉपिक वाज इंपॉर्टेंट। आई अंडरस्टैंड व्हाट यू आर ट्राइंग टू से। माया चाहिदी भी होंदी है, पर किस तरह यूज करनी है, किस तरह उन्हें समझना, सारी गल सी बहुत चंगी तरह समझाया जी। बिल्कुल बड़ा जरूरी है। मतलब क्लैरिटी जिन्ना चਿਰ नहीं ना होवे ਅਸੀਂ ਜ਼ਿੰਦਗੀ 'ਚ ਉਸ ਚੀਜ਼ ਨੂੰ ਫਿਰ ਨਾ ਵਰਤ ਨਹੀਂ ਸਕਦੇ, ਅਸੀਂ ਲਿਆ ਨਹੀਂ ਸਕਦੇ। ਕਲੈਰਿਟੀ ਹੋਵੇ ਫਿਰ ਪਤਾ ਲੱਗ ਜਾਂਦਾ ਕੀ ਛੱਡਣਾ ਕੀ ਪਕੜਨਾ। तो ठीक है, होर किसी का कोई सवाल है? सुरजीत जी तुसी नहीं बोले आज। ਭੈਣ ਜੀ ਮੈਂ ਥੋੜਾ ਜਿਹਾ ਮਿਸ ਕਰ ਗਈ ਆ, ਜਿਹੜਾ ਤੁਸੀਂ ਬੋਲਿਆ ਨਾ, ਜਿਹੜਾ ਮੱਛੀ ਤੋਂ ਬਾਅਦ ਜਿਹੜਾ ਦੀਵਾ ਨਾ ਜਲੇ ਬਿਨ ਤੇਲ, ਜੋ ਬੇਸ਼ੱਕ ਤੁਸੀਂ ਨੈਕਸਟ ਟਾਈਮ ਥੋੜਾ ਸਮਝਾ ਦੇਣਾ, ਹੁਣ ਤਾਂ ਟਾਈਮ ਬਹੁਤ ਹੋ ਗਿਆ ਵੇ। ਪਰ ਬਾਕੀ ਅਦਰਵਾਈਜ਼ ਵੈਰੀ ਬਿਊਟੀਫੁਲੀ, ਬਹੁਤ ਤੁਸੀਂ ਅੱਛੀ ਤਰ੍ਹਾਂ ਸਮਝਾਇਆ ਵੇ, ਬੜਾ ਅੱਛਾ ਲੱਗਾ ਵੇ। ਬਸ ਤੁਹਾਨੂੰ ਬਾਬਾ ਜੀ ਮਿਹਰ ਰੱਖਣ ਤੁਹਾਡੇ ਤੇ, ਸਾਨੂੰ ਮਤ ਦਿੰਦੇ ਜਾਓ। थैंक यू। एंड फिर जे सब कुछ मतलब सब दे सवाल खत्म हो गए ने, क्लियर हो गया, तो फिर मेरा ख्याल ऐसे फिर अरदास करना। आंटी एक क्वेश्चन माइंड च आया, तुसी हुन किया ना की छड्डना आ, so is there like a, should we know like की list of things कि ऐदा एवें आ चीज़ां छड्डनियां, कि just generical कि जिद्दां तुसी किया ਜਿਹੜੀਆਂ ਚੀਜ਼ਾਂ ਸਪੈਸੀਫਾਈ ਕੀਤੀਆਂ ਆ that they are in Maya? ਹਾਂ ਨਹੀਂ, ਉਹ ਤੇ ਹੁਣ ਇਹ ਨਾ ਜਦੋਂ ਤੁਹਾਡੀ ਵਿਵੇਕ ਬੁੱਧੀ ਹੋਵੇ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਜਿਹੜੀਆਂ ਚੀਜ਼ਾਂ ਅਨਨੈਸੈਸਰੀ ਨੇ, ਜਿਨ੍ਹਾਂ ਦੀ ਸਾਨੂੰ ਕੋਈ ਲੋੜ ਹੀ ਨਹੀਂ ਹੈਗੀ, ਹੁਣ ਅਸੀਂ ਦੂਸਰੇ ਪਾਸੇ ਲੱਗੇ ਹੋਏ ਹਾਂ, ਅਸੀਂ ਉਹਨਾਂ ਵੱਲ ਜਾਈਏ ਕਿਉਂ? ਮਤਲਬ ਉਹ ਤੇ ਤੁਸੀਂ ਆਲਰੇਡੀ ਮੇਰੇ ਨਾਲ ਜ਼ਿਆਦਾ ਅੱਛਾ ਕਰ ਰਹੇ ਹੋ ਕਿ ਜ਼ਿਆਦਾ ਸੋਸ਼ਲ ਗੈਦਰਿੰਗ ਵਿੱਚ ਜਾਣ ਦੀ ਲੋੜ ਨਹੀਂ ਹੈਗੀ, ਜ਼ਿਆਦਾ ਮਤਲਬ ਲੋਕਾਂ ਨਾਲ ਮਿਲਣ ਦੀ ਲੋੜ ਨਹੀਂ, ਅਨਨੈਸੈਸਰੀ ਅਨਲੈਸਰੀ ਥੋਟਸ ਦੀ ਲੋੜ ਨਹੀਂ ਹੈਗੀ। ਅਨਨੈਸੈਸਰੀ ਸਾਰਾ ਖਤਮ ਕਰਕੇ ਆਪਣਾ ਸਾਰਾ ਟਾਈਮ ਜਿਹੜਾ ਹੈਗਾ ਉਹ ਤੁਸੀਂ ਯੂਜ਼ਫੁਲੀ ਇੱਧਰ ਲਗਾਓ। ਐਂਡ ਦੂਸਰਾ ਹੈ ਕਿ ਸਮਝ ਕੇ ਬਈ ਮੈਂ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕੀ ਇਹ ਜੋ ਕਿ ਮੇਰੇ ਮਨ ਦੇ ਵਿੱਚ ਅਜੇ ਸਮਝ ਨਹੀਂ ਆ ਰਹੀ, ਹੁਣ ਮੈਂ ਸਮਝਣਾ ਕਿਵੇਂ ਆਵੇ। try to understand with your own mind and with your own self, ਕਿਉਂਕਿ ਉਹਦੇ ਨਾਲ ਬੜਾ ਫਰਕ ਪੈਂਦਾ ਹੈ। ਜੇ ਤੁਹਾਨੂੰ ਕੋਈ ਸਮਝ ਨਹੀਂ ਆਵੇ ਤਾਂ ਬੇਸ਼ੱਕ ਬੈਠ ਕੇ ਥੋੜਾ ਜਿਹਾ ਭਾਰ ਪਾਓ ਆਪਣੇ ਮਾਈਂਡ ਤੇ, ਉਹਦੀ ਸੋਲੂਸ਼ਨ ਆਂਦੀ ਹੈ। ਕਈ ਵਾਰੀ ਅਸੀਂ ਨਾ ਬਹੁਤ ਜਲਦੀ ਸੋਲੂਸ਼ਨ ਮੰਗਦੇ, ਜਲਦੀ ਸੋਲੂਸ਼ਨ ਨਹੀਂ ਆਉਂਦੀ। ਥੋੜੀ ਦੇਰ ਮਤਲਬ ਜੇਕਰ ਤੁਸੀਂ ਥੋੜੀ ਦੇਰ ਆਰਾਮ ਨਾਲ ਕਨਸੈਂਟਰੇਟ ਕਰਕੇ ਬੈਠੋ ਨਾ ਤੇ ਸੋਲੂਸ਼ਨ ਜਿਹੜੀਆਂ ਨੇ ਬੜੀਆਂ ਆ ਜਾਂਦੀਆਂ ਹੈਗੀਆਂ। ਸੋ ਉਹ ਹੈ ਕਿ ਵਿਵੇਕ ਬੁੱਧੀ ਦਾ ਮਤਲਬ ਹੈਗਾ ਕਿ all round we know, all round ਕਿ ਵੀ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕੀ ਠੀਕ ਹੈ, ਕੀ ਛੱਡਣਾ ਹੈ, ਕੀ ਟਾਈਮ ਹੈ। ਸੋ ਉਹ ਤੁਹਾਨੂੰ ਤੇ ਹੁਣ ਮੇਰੇ ਨਾਲ ਜ਼ਿਆਦਾ ਪਤਾ, ਤੁਸੀਂ ਤਾਂ ਸਤਸੰਗ ਵਿੱਚ ਆ ਰਹੇ ਹੋ ਔਰ ਇੰਨੀ ਗੁਰਬਾਣੀ ਵੀ ਤੁਸੀਂ ਲੋਕਾਂ ਨੇ
ਜਿਹੜੀ ਪੜ੍ਹੀ ਹੋਈ ਹੈਗੀ ਹੈ। ਤੁਸੀਂ ਯੂ ਨੋ ਅ ਲੋਟ, ਐਸੀ ਗੱਲ ਨਹੀਂ। ਮੈਂ ਥੋੜ੍ਹੀਆਂ ਚੀਜ਼ਾਂ ਤੇ ਅਸਰਟ ਕਰਨੀਆਂ ਜਿਹਦੇ ਤੇ ਮਤਲਬ ਹੈ ਕਿ ਮੈਨੂੰ ਲਾਭ ਹੋਇਆ ਸੀ ਕਿ ਮੇਰਾ ਤੇ ਮੇਨ ਏਮ ਸੀ ਕਿ ਗੁਰਬਾਣੀ ਦੇ ਗਹਿਰਾਈ ਵਿੱਚ ਜਾਣਾ, ਗਹਿਰਾਈ ਵਿੱਚ ਜਾਣਾ। ਗਹਿਰਾਈ ਵਿੱਚ ਜਾ ਕੇ ਜਦੋਂ ਤੁਸੀਂ ਉਸ ਮੇਨਲੀ ਉਹ ਅਵਸਥਾ ਵਿੱਚ ਪਹੁੰਚਣਾ, ਮੇਨ ਚੀਜ਼ ਉਸ ਅਵਸਥਾ ਵਿੱਚ ਪਹੁੰਚਣਾ। ਉਸ ਅਵਸਥਾ ਵਿੱਚ ਤੁਸੀਂ ਤਾਂ ਹੀ ਪਹੁੰਚੋਗੇ ਜੇ ਤੁਸੀਂ ਗਹਿਰਾਈ ਵਿੱਚ ਜਾਓ। ਫਿਰ ਤੁਸੀਂ ਗਹਿਰਾਈ ਵਿੱਚ ਜਾਓਗੇ, ਡੈਫੀਨੇਟਲੀ ਪਹੁੰਚੋਗੇ। ਫਿਰ ਉਸ ਵੇਲੇ ਜਿਹੜਾ ਆਨੰਦ ਹੈ ਉਹ ਹੋਰ ਸੁੱਖ, ਹੋਰ ਆਨੰਦ ਹੋਰ। ਆਨੰਦ ਤਾਂ ਸਿਰਫ ਗੁਰਬਾਣੀ ਨਾਲ ਹੀ ਆਉਂਦਾ। ਉਹ ਆਨੰਦ ਜਿਹੜਾ ਉਹ ਆਨੰਦ ਹੁੰਦਾ ਉਹ ਕਦੀ ਮਿਟਦਾ ਨਹੀਂ। ਉਹ ਤੇ ਫਿਰ ਤੁਹਾਡੇ ਨਾਲ ਹੀ ਜਾਂਦਾ, ਅੰਤ ਤੱਕ ਤੁਹਾਡੇ ਨਾਲ ਹੀ ਜਾਂਦਾ ਹੈ। ਉਹ ਨਹੀਂ ਫਿਰ ਮਿਟਦਾ ਉਹ ਲਾਈਫ। ਉਹਦੇ ਫਿਰ ਲਾਈਫ ਹਲਕੀ ਬੜੀ ਹੋ ਜਾਂਦੀ ਹੈ, ਬੜੀ ਆਸਾਨ ਹੋ ਜਾਂਦੀ ਹੈ। ਫਿਰ ਉਹਨੂੰ ਮਤਲਬ ਆਨੰਦ ਨਾਲ ਜਿੰਨਾ ਚਿਰ ਐਂਡ ਤੱਕ ਤੁਸੀਂ ਜੀਂਦੇ ਹੋ, ਆਨੰਦ ਨਾਲ ਜੀਂਦੇ। ਮੌਤ ਦਾ ਡਰ ਜਿਹੜਾ ਉਹ ਤੁਹਾਡਾ ਫਿਰ ਖਤਮ ਹੋ ਜਾਂਦਾ ਹੈ। ਸੋ ਅੱਜ ਦਾ ਹੈ ਸੀ ਤੇ ਬੜਾ ਇੰਪੋਰਟੈਂਟ, ਪਰ ਤੁਹਾਡੇ ਵੱਲੋਂ ਸਵਾਲ ਬੜੇ ਥੋੜੇ ਆਏ ਨੇ। ਮੈਂ ਜ਼ਿਆਦਾ ਐਕਸਪੈਕਟ ਕਰ ਰਹੀ ਸੀ, ਕਿਉਂਕਿ ਇਹਦੇ ਬਾਰੇ ਯੂਜੂਅਲੀ ਮਨ ਸੋਚਦਾ ਰਹਿੰਦਾ ਹੈ ਕਿ ਇਹ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਗਲਤ ਹੈ, ਇਹ ਠੀਕ ਹੈ। ਸੋ ਇਹਦੇ ਵਾਸਤੇ ਜੇਕਰ ਤੁਹਾਡੇ ਹੋਰ ਮਨ ਵਿੱਚ ਸਵਾਲ ਆਉਣ ਤੇ ਬੇਸ਼ੱਕ ਅਗਲੀ ਵਾਰ ਤੁਸੀਂ ਸਵਾਲ ਲੈ ਆਉਣ, ਠੀਕ ਹੈ। ਓਕੇ ਡਾਲੀ ਜੀ। ਓਕੇ ਜੀ। सतनाम श्री वाहिगुरु साहिब जीओ। तुझे आगे अरदास हमारी जियो पिंड सब तेरा, कौन नानक सब तेरी वडियाई, कोई नाम न जाने मेरा। अरदास एक ओंकार वाहिगुरु जी की फतेह। श्री भगवती जी सहाय। पाठ श्री भगवती जी की पातशाही 10वीं। प्रथम भगवती सिमर के गुरु नानक लई ते आए, फिर अंगद गुरु ते अमरदास रामदास से हुई सहाय। अर्जन हर गोबिंद नो सिमरो श्री हर राय। श्री हरकृष्ण ते आई है जिस डिठे सब दुख जाए, देख बहादुर सिमरे कर नौ निदावे ताए, सब थाई उना जी सहाय। 10वें पातशाह श्री गुरु गोबिंद सिंह जी महाराज सब थाई उना जी सहाय। 10 पातशाहां दे आत्मक स्वरूप श्री गुरु ग्रंथ साहिब जी के पाठ दर्शन दी दादा ध्यान करके बोलना जी वाहिगुरु। वाहिगुरु जी आप जी दे सोने 5 प्यारे, 4 साहिबजादे, 40 मुक्ते, हटियां जपियां तपियां जिन्हां नाम जपिया बन के छकिया, देख चलाई ते कोई देख कैंडिड कीता ते ना प्यारियां सच्चियां दी कमाई दा ध्यान करके बोलो जी वाहिगुरु। वाहिगुरु जी जिन्हां सिंघां सिंघियां ने धर्म हिस्से स्थित बंद बंद खटवाए, खोपड़ियां लोहाइयां चढ़खड़ियां ते चढ़े आरे नाल चढ़ाए गए। गुरुद्वारियां दी सेवा लई कुर्बानियां कीतियां, धर्म नहीं हारिया, सिੱਖੀ सिद्ध के सांसा संग निभाए तिन्हां दी पवित्र कमाई दा ध्यान करके बोलना जी वाहिगुरु। 5 तख्तां सरबत गुरुद्वारियां गुरु धामां दा ध्यान करके बोलना जी वाहिगुरु। हे अकाल पुरख वाहिगुरु जी आप जी दा कोटान कोटान शुकराना है। आप जी ने अपने बच्चों ਨੂੰ ਸੰਗਤੀ ਤੌਰ ਤੇ ਇਕੱਠਾ ਕੀਤਾ। ਆਪ ਜੀ ਨੇ ਮਾਇਆ ਜੋ ਸਾਨੂੰ ਸਾਰਿਆਂ ਨੂੰ ਆਪਣੀ ਪਕੜ ਵਿੱਚ ਲੈ ਕੇ ਬੈਠੀ ਹੁੰਦੀ ਦਾਤਾਰ ਪਿਤਾ ਜੀ, ਉਸ ਤੋਂ ਛੁੱਟਣ ਦੇ ਤਰੀਕੇ ਸੁਣਵਾਏ ਸੱਚੇ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਸਾਰੀ ਸੰਗਤ ਨੂੰ ਆਪ ਹੀ ਵਿਵੇਕ ਬੁੱਧ ਬਖਸ਼ੋ ਤਾਂ ਕਿ ਅਸੀਂ ਮਾਇਆ ਦੇ ਜਾਲ ਤੋਂ ਨਿਕਲ ਸਕੀਏ ਦਾਤਾਰ ਪਿਤਾ ਜੀਓ, ਅਤੇ ਆਪ ਦੇ ਚਰਨਾਂ ਕਮਲਾਂ ਨਾਲ ਆਪਣੇ ਮਨ ਨੂੰ ਜੋੜ ਸਕੀਏ। ਮਨ ਦੀ ਇਕਾਗਰਤਾ ਬਖਸ਼ੋ ਸਾਰਿਆਂ ਨੂੰ ਬੁਰਿਆਂ ਕੰਮਾਂ ਪਾਪਾਂ ਖਿਆਲਾਂ ਤੋਂ ਜਿਹੜਾ ਆਪ ਜੀ ਤੋਂ ਤੋੜਦੇ ਨੇ ਦੂਰ ਰੱਖੋ ਸੱਚੇ ਪਿਤਾ ਵਾਹਿਗੁਰੂ ਜੀਓ। ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਵਰਤਾਓ, ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਵਰਤਾਓ, ਸਾਰਿਆਂ ਨੂੰ ਸਿਹਤ ਦਾਨ ਬਖਸ਼ੋ ਤਾਂ ਕਿ ਉਹ ਸੰਗਤੀ ਤੌਰ ਤੇ ਆਪ ਜੀ ਨੂੰ ਬੈਠ ਕੇ ਆਪ ਜੀ ਦਾ ਸਿਮਰਨ ਕਰ ਸਕਣ, ਆਪ ਜੀ ਨੂੰ ਯਾਦ ਕਰ ਸਕਣ। ਕਿਸਾਨ ਪਰਿਵਾਰਾਂ ਦੇ ਅੰਗ ਸੰਗ ਸਹਾਈ ਹੋ, ਸੋਈ ਗੁਰਮੁਖ ਪਿਆਰਿਆਂ ਨੂੰ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਵਾਸ ਸਵਾਸ ਚਿਤਾਵੇ, ਸੁਖ ਹੋਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੈਣ ਜੀ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਥੈਂਕ ਯੂ ਕਾ ਭੈਣ ਜੀ। ਵਾਹਿਗੁਰੂ ਜੀ ਕੀ ਫਤਿਹ। Thank you. ਥੈਂਕ ਯੂ। Thank you.